पर जो साडी अपनी धरती होवे, अपना ही पानी होवे ते उस विच ਜ਼ਹਿਰੀਲਾ पानी होण तो रोकण दे लई उस खेतर दे किसानां नूं, आम लोकां नूं 9 महीने तक अंदोलन करना पवे कि एक शराब की फैक्ट्री क्यों प्रदूषित कर रही है पानी। जिथे लुधियाने विच ਇਹੋ ਜਿਹੀਆਂ ਹਜ਼ਾਰਾਂ ਫੈਕਟਰੀਆਂ ਨੇ ਜਿਨ੍ਹਾਂ 'ਚ ਡਾਈਂਗ, ਇਲੈਕਟ੍ਰੋਪਲੇਟਿੰਗ, ਦੇਖੋ ਕਈ ਕੁਝ ਸਮਾਨ ਬੁੱਢਾ ਦਰਿਆ ਦੇ ਥਰੂ ਸਤਲੁਜ ਜਾ ਰਿਹਾ ਤੇ ਉੱਥੇ ਇੱਕ ਫੈਕਟਰੀ ਨੇ ਇੰਨਾ ਨੁਕਸਾਨ ਕੀਤਾ। पर पंजाब की हालत यह है जी कि सारा ही पानी पोल्यूटेड हो गया जी, किते भी बचिया नहीं। तुसीं वेखो हर घर दे विच जां पिंड दे विच आरओ दा पानी पीता जा रहा। ਇਹੋ ਜਿਹੇ ਕੰਮ ਜਿਹੜੀਆਂ ਪੁਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ, ਇਹਨਾਂ ਨੂੰ ਆਉਂਦੇ ਹੀ ਪਹਿਲਾਂ ਇੱਕ ਪੰਜਾਬ ਵਾਤਾਵਰਣ ਕਮਿਸ਼ਨ ਬਣਾਉਣਾ ਚਾਹੀਦਾ ਸੀ। ਉਹਦੇ ਵਿੱਚ ਤੁਹਾਡੇ ਵਰਗੇ ਕਿਸਾਨ ਆਗੂ, ਕੋਈ ਇਨਵਾਇਰਨਮੈਂਟ ਐਕਸਪਰਟ, ਉਹਨਾਂ ਨੂੰ ਨਾਲ ਲੈ ਕੇ ਇਹ ਕੋਈ ਇਹੋ ਜਿਹੀ ਫੈਕਟਰੀ ਲੱਗਣ ਨਾ ਦੇਣ ਜਿਹੜੀ ਪੋਲੂਸ਼ਨ ਕਰੇ। ਨਾ ਤੱਕ ਕਿਸੇ ਫੈਕਟਰੀ ਦੇ ਮਤਲਬ ਅਧਿਕਾਰੀ ਤੇ ਨਾ ਮਾਲਕ ਤੇ ਨਾ ਉੱਤੇ ਕਿਸੇ ਐਮਡੀ ਦੇ ਉੱਤੇ ਕੋਈ ਪਰਚਾ ਦਰਜ ਨਹੀਂ ਹੁੰਦਾ, ਪਰ ਜਿਹੜੇ ਲੋਕੀ ਸੰਘਰਸ਼ ਕਰ ਰਹੇ ਸੀ ਉਹਨਾਂ ਦੇ ਉੱਤੇ ਕੋਈ 100-125 ਦੇ ਲਗਭਗ FIR ਦਰਜ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਗੱਲ ਇੱਥੇ ਕਿ ਜਿਹੀ ਰੁਕ ਪੈਂਦੀ ਹੈ ਵੀ ਸਰਕਾਰ ਕੀ ਕਰਦੀ ਹੈ, ਕੀ ਨਹੀਂ ਕਰਦੀ, ਜਾਂ ਮੋਰਚੇ ਦਾ ਕਿਹੜਾ ਭਿਆਨਕ ਰੂਪ ਉਹ ਦੇਖਣਾ ਚਾਹੁੰਦੀ ਹੈ। ਥੱਲੇ ਜ਼ਮੀਨੀ ਹਕੀਕਤ ਕਿਤੇ ਵੀ ਗਰਦੌਰੀ ਨਹੀਂ ਕਰਨ ਦਿੱਤਾ ਜਾ ਰਿਹਾ। ਜੇ ਜਾਂਦੇ ਵੀ ਨੇ ਕਿਤੇ ਟਾਵੇਂ ਟੱਲੇ ਪਟਵਾਰੀ ਗਰਦੌਰੀ ਕਰਨ ਤਾਂ 100% ਫਸਲ ਮਾਰੀ ਗਈ, ਗੜੇਮਾਰੀ ਨਾਲ ਬਿਲਕੁਲ ਤਬਾਹ ਹੋ ਗਈ। ਕਣਕ ਤੇ ਕੱਖ ਵੀ ਪੱਲੇ ਨਹੀਂ, ਤੂੜੀ ਵੀ ਨਹੀਂ ਹੈਗੀ। ਤਾਂ ਉਹਨੂੰ ਵੀ ਜਿਹੜਾ ਲਿਖ ਕੇ ਨਹੀਂ ਲਿਆਉਂਦੇ ਪੂਰਾ, ਉਹਨੂੰ ਵੀ ਜਿਹੜਾ ਉੱਤੋਂ ਹਦਾਇਤਾਂ ਨੇ ਕਿ ਤੁਸੀਂ 40% ਤੋਂ ਘੱਟ ਲਿਖ ਕੇ ਲਿਆਉਣਾ ਹੈ। ਸਰਕਾਰ ਪਹਿਲਾਂ ਆਉਂਦੀ ਹੈ, ਸਰਕਾਰ ਵਾਅਦੇ ਕਰਕੇ ਆਉਂਦੀ ਹੈ, ਸਰਕਾਰ ਨੂੰ ਫਿਰ ਯਾਦ ਕਰਾਉਣਾ ਪੈਂਦਾ ਕਿਉਂਕਿ ਸਰਕਾਰ ਅੰਨੀ ਤੇ ਬੋਲੀ ਹੋ ਜਾਂਦੀ ਹੈ। ਕਿਉਂਕਿ ਜਦੋਂ ਕੋਠੀਆਂ 'ਚ ਤੇ ਕੁਰਸੀਆਂ ਤੇ ਕਾਰਾਂ ਦੇ ਵਿੱਚ ਸਰਕਾਰ ਕਾਨਫਰੰਸਾਂ ਕੱਕੇ ਦੇ ਨਾਲ ਜੁੜ ਜਾਂਦੀ ਹੈ, ਇਹ ਬਾਕੀ ਚੀਜ਼ਾਂ ਭੁੱਲ ਜਾਂਦੀ ਹੈ। ਉਹ 9 ਮਹੀਨਿਆਂ ਤੋਂ ਵਿਚਾਰੇ ਐਜੀਟੇਸ਼ਨ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ। ਹੁਣ ਉਹ ਸੈਂਸਿਟੀਫਿਕਲੀ ਵੀ ਪ੍ਰੂਫ ਹੋ ਗਿਆ ਇਸ ਚੀਜ਼ ਨੂੰ। ਸਰਕਾਰ ਨੂੰ ਬੜਾ ਗੰਭੀਰਤਾ ਨਾਲ ਲੈਣਾ ਚਾਹੀਦਾ, ਪਰ ਸਮਝ ਨਹੀਂ ਆਉਂਦੀ। ਸ਼ਾਇਦ ਕੋ ਪੈਨਲਿਸਟ ਸਮਝਾ ਸਕਣ ਵੀ। ਮੈਨੂੰ ਲੱਗਦਾ ਕਿਤੇ ਨਾ ਕਿਤੇ ਦਿੱਲੀ ਆੜੇ ਆ ਜਾਂਦੀ ਆ, ਜਿਸ ਕਰਕੇ ਉਹ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਪਰ ਸਮਝ ਨਹੀਂ ਆਉਂਦੀ। ਜੇ 100-125 ਲੋਕਾਂ ਦੇ ਖਿਲਾਫ FIR ਦਰਜ ਕੀਤੀਆਂ ਗਈਆਂ, ਕੇਸ ਦਰਜ ਕੀਤੇ ਗਏ, ਕਿ ਉਹ ਕੇਸ ਹੁਣ ਵਾਪਸ ਲੈ ਲਏ ਗਏ ਜਾਂ ਉਸੇ ਤਰ੍ਹਾਂ ਭੁਗਤ ਰਹੇ ਆ ਲੋਕ। ਤੇ ਜਿਹੜੀ ਆਮ ਆਦਮੀ ਪਾਰਟੀ ਦਾ ਨਾਂ ਹੈ, ਉਹਨਾਂ ਨੂੰ ਮੱਲਮ ਲਾਉਣ ਲਈ ਇਹ ਸਾਰੀਆਂ ਇਹਨਾਂ ਨੂੰ ਐਜੀਟੇਸ਼ਨ ਕਰਨ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ। ਇਹ ਸੂਓ ਮੋਟੋ CM ਸਾਹਿਬ ਦਾ ਬਿਆਨ ਹੋਣਾ ਚਾਹੀਦਾ, ਆਪਣੇ ਆਪ, ਆਪਣੇ ਦਿਲ ਤੋਂ। ਜਿਵੇਂ ਕਹਿੰਦੇ ਦਿਲ ਤੋਂ ਗੱਲਾਂ ਕਰਦਾ ਮੈਂ, ਬਈ ਇਹ ਸਾਰੇ ਮੈਂ ਮੁਕੱਦਮੇ ਵਾਪਸ ਲੈਣਾ। ਇੰਨਾ ਮੁਆਵਜ਼ਾ ਜਿਹੜੇ ਬੰਦੇ ਸ਼ਹੀਦ ਹੋਏ ਆ, ਇਹ ਸ਼ਹੀਦ ਗਿਣੇ ਜਾਣ, ਕਿਉਂਕਿ ਇਹਨਾਂ ਨੂੰ ਵਾਤਾਵਰਣ ਦੇ ਸ਼ਹੀਦ ਨੇ। ਇਹ ਜਿਹੜਾ ਸੀਚੇਵਾਲ ਜੀ ਦਾ ਕੰਮ ਹੈ, ਉਹ ਜਦੋਂ ਪੋਲੀਟੀਕਲ ਹੋ ਜਾਂਦਾ ਫਿਰ ਬੰਦੇ ਦੇ ਹੱਥ ਤੇ ਮੂੰਹ ਵੱਜ ਜਾਂਦਾ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਪੰਜਾਬ ਦਾ ਉਹ ਵੱਡਾ ਮੁੱਦਾ, ਬਹਿਸ ਦਾ ਕੇਂਦਰ ਬਿੰਦੂ ਲੈ ਰਹੇ ਹਾਂ ਕਿ ਆਖਰ ਧਰਤੀ ਹੇਠਾਂ ਜਿਹੜਾ ਪਾਣੀ ਆ, ਜਿਹਦਾ ਜ਼ਿਕਰ ਸਾਡੇ ਗੁਰੂਆਂ ਨੇ ਵੀ ਕੀਤਾ ਅਤੇ ਬੜੀ ਮਾਨਤਾ ਦਿੱਤੀ ਹੈ, ਕਿਉਂ ਉਹ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਔਰ ਕਿਹੜੀਆਂ ਧਿਰਾਂ ਇਹਦੇ ਲਈ ਜ਼ਿੰਮੇਵਾਰ ਹੈ। ਵੱਡਾ ਸਵਾਲ ਇਹ ਹੈ ਕਿ ਕਈ ਵਾਰ ਸਰਕਾਰਾਂ ਇਸ ਗੱਲ ਦੇ ਲਈ ਦਾਅਵੇ ਕਰਦੀਆਂ, ਸਵਾਲ ਖੜੇ ਕਰਦੀਆਂ ਕਿ ਕਿਤੇ ਪੈਸੇ ਦਾ ਮਾਮਲਾ ਹੈ, ਕਿਤੇ ਕੇਂਦਰ ਦਾ ਮਾਮਲਾ ਹੈ। ਪਰ ਜਦੋਂ ਸਾਡੀ ਆਪਣੀ ਧਰਤੀ ਹੋਵੇ, ਆਪਣਾ ਹੀ ਪਾਣੀ ਹੋਵੇ ਤੇ ਉਸ ਵਿੱਚ ਜ਼ਹਿਰੀਲਾ ਪਾਣੀ ਹੋਣ ਤੋਂ ਰੋਕਣ ਦੇ ਲਈ ਉਸ ਖੇਤਰ ਦੇ ਕਿਸਾਨਾਂ ਨੂੰ, ਆਮ ਲੋਕਾਂ ਨੂੰ 9 ਮਹੀਨੇ ਤੱਕ ਅੰਦੋਲਨ ਕਰਨਾ ਪਵੇ ਕਿ ਇੱਕ ਸ਼ਰਾਬ ਦੀ ਫੈਕਟਰੀ ਕਿਉਂ ਪ੍ਰਦੂਸ਼ਿਤ ਕਰ ਰਹੀ ਹੈ ਪਾਣੀ। ਸਰਕਾਰਾਂ ਦੀਆਂ ਕਮੇਟੀਆਂ, ਸਰਕਾਰਾਂ ਦੀਆਂ ਰਿਪੋਰਟਾਂ, ਇਸ ਦੇ ਬਾਵਜੂਦ ਕੌਣ ਦੇਵੇਗਾ ਜਵਾਬ। ਹੁਣ ਜਿਹੜੀ ਨਵੀਂ ਰਿਪੋਰਟ ਆਈ ਹੈ, मैं एक लाइन रिपोर्ट बारे कह के अपने दर्शकों वाल जावांगा, मेहमानों की जान पहचान करावांगे। आप उस रिपोर्ट का कहना है
ਰਿਪੋਰਟ ਵੀ ਉਹ ਹੈ ਜਿਹੜੀ ਸਰਕਾਰ ਵੱਲੋਂ ਮਾਹਰਾਂ ਦੀ ਬਣਾਈ ਗਈ ਕਮੇਟੀ ਆ ਉਸ ਦੀ ਰਿਪੋਰਟ ਹੈ ਕਿ ਉਹਦੇ ਜਿਹੜੇ ਰਸਾਇਣ ਜਿਹੜੇ ਜ਼ਹਿਰੀਲਾ ਤੱਤ ਉਹਦੇ 'ਚ ਪਾਇਆ ਗਿਆ ਹੈ, ਉਹ ਮਨੁੱਖੀ ਜ਼ਿੰਦਗੀ ਲਈ ਬੜਾ ਨੁਕਸਾਨਦੇਹ ਹੈ, ਜ਼ਿੰਦਗੀ ਵੀ ਜਾ ਸਕਦੀ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਨੇ, ਜਿਹੜੇ ਲੰਬਾ ਸਮੇਂ ਤੋਂ ਜ਼ੀਰਾ ਮੋਰਚੇ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਅੰਦੋਲਨ 'ਚ ਅੱਗੇ ਹੋ ਕੇ ਲੜਾਈ ਲੜ ਰਹੇ ਹੈ। ਸੰਦੀਪ ਸਿੰਘ ਸਾਡੇ ਨਾਲ, ਦੂਜੇ ਮਹਿਮਾਨ ਗੁਰਮੀਤ ਸਿੰਘ ਮਹਿਮਾ ਜੀ, ਕਿਸਾਨ ਆਗੂ, ਦਿੱਲੀ ਦੇ ਮੋਰਚਿਆਂ ਤੇ ਲੜਾਈ ਲੜਦੇ ਰਹੇ ਹੈ। ਸਾਡੇ ਨਾਲ ਤੀਜੇ ਮਹਿਮਾਨ ਕਰਨਲ ਜਗਜੀਤ ਸਿੰਘ ਗਿੱਲ, ਜਿਹੜੇ ਕਿ ਵਾਤਾਵਰਨ ਮਾਹਰ ਦੇ ਤੌਰ ਤੇ ਜਾਣੇ ਜਾਂਦੇ ਆ। ਪਹਿਲੀ ਵਾਰੀ ਮੇਰੇ ਨਾਲ ਡਿਬੇਟ 'ਚ ਆਏ ਆ, ਉਹਨਾਂ ਨੂੰ ਉਚੇਚੇ ਤੌਰ ਤੇ ਵੀ ਆਪਾਂ ਜੀ ਆਖਦੇ ਹਾਂ। ਸਾਡੇ ਨਾਲ ਬੂਟਾ ਸਿੰਘ ਬਰਾਗੀ ਜੀ, ਰਾਜਸੀ ਵਿਸ਼ਲੇਸ਼ਕ, ਇਹਨਾਂ ਮਾਮਲਿਆਂ ਦੇ ਮਾਹਰ। ਇਹ ਗੱਲ 'ਚ ਵਾਧਾ ਕਰਕੇ ਕਿ ਆਖਰ ਕਿਉਂ ਕਿਸਾਨਾਂ ਨੂੰ ਅੰਦੋਲਨ ਲੜਨਾ ਪੈਂਦਾ ਹੈ, ਚਾਹੇ ਧਰਤੀ ਹੇਠਲੇ ਜ਼ਹਿਰੀਲੇ ਪਾਣੀ ਦੀ ਗੱਲ ਹੋਵੇ, ਚਾਹੇ ਜਦੋਂ ਫਸਲਾਂ ਦੀ ਤਬਾਹੀ ਹੋ ਜੇ, ਕੁਦਰਤ ਦੀ ਕਰੋਪੀ ਹੋਵੇ, ਤੇ ਫਿਰ ਵੀ ਉਸ ਦੇ ਮੁਆਵਜ਼ੇ ਲਈ, ਰਾਹਤ ਲਈ ਲੜਾਈਆਂ ਲੜਨੀਆਂ ਪੈਣ। ਇਹਨਾਂ ਮੁੱਦਿਆਂ ਤੇ ਜਿਹੜੇ ਮਹਿਮਾਨ ਆਏ ਆਪਾਂ ਉਹਨਾਂ ਸਾਰਿਆਂ ਦਾ ਤੁਹਾਡੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੰਦੀਪ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਜ਼ਿਕਰ ਕੀਤਾ ਇਸ ਖੇਤਰ ਬਾਰੇ ਜਿਹੜੀ ਇੱਕ ਰਿਪੋਰਟ ਜਿਹੜੀ ਆਈ ਹੈ ਮਾਹਰਾਂ ਦੀ ਕਮੇਟੀ ਵੱਲੋਂ, ਉਹ ਤਾਂ ਹਾਈ ਹੈ। ਉਹ ਰਿਪੋਰਟ ਦੇ ਵਿੱਚ ਕਿੰਨਾ ਕੁ ਖਤਰਨਾਕ ਇਸ਼ਾਰਾ ਕੀਤਾ ਗਿਆ, ਪਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਲੈਬਾਂ ਦੇ ਵਿੱਚ ਜਿਹੜੀ ਹੈਗੀਆਂ ਰਿਪੋਰਟਾਂ ਆਉਂਦੀਆਂ ਰਹੀਆਂ, ਪੜਤਾਲਾਂ ਆਉਂਦੀਆਂ ਰਹੀਆਂ ਕਿ ਕੀ 9 ਮਹੀਨੇ ਲੱਗੇ ਸਾਬਤ ਕਰਨ ਦੇ ਵਿੱਚ ਕਿ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੈ, ਔਰ ਇਹਦੀ ਵਜ੍ਹਾ ਉੱਥੋਂ ਦੀ ਫੈਕਟਰੀ ਜਿਹੜੀ ਹੈਗੀ ਆ ਉਹ ਦੱਸੀ ਜਾ ਰਹੀ ਹੈ। ਸੰਦੀਪ ਜੀ, ਕਿਵੇਂ ਦੇਖਦੇ ਹੋ? ਵੱਡੇ ਵੱਡੇ ਸੰਤ, ਵੱਡੇ ਵੱਡੇ ਨੇਤਾ ਤੁਹਾਡੇ ਕੋਲੇ ਆਏ, ਪਰ ਸਮਝਣ 'ਚ ਕਾਫੀ ਦੇਰ ਲੱਗੀ ਹੈ। ਸਿੱਧੂ ਸਾਹਿਬ, ਤੁਹਾਨੂੰ ਸਾਰੇ ਜਿੱਦਾਂ ਪੰਜਾਬੀਆਂ ਨੂੰ ਪਤਾ ਹੈਗਾ ਕਿ 24 ਜੁਲਾਈ ਤੋਂ ਜਿਹੜਾ ਨਿਰੰਤਰ ਧਰਨਾ ਹੁਣ ਤੱਕ ਇੱਥੇ ਚੱਲ ਰਿਹਾ ਹੈਗਾ ਜੀ। ਤੇ ਜਦੋਂ ਇਹ ਧਰਨਾ ਲੱਗਾ ਸੀਗਾ ਤਾਂ ਉਹਦੀ ਪ੍ਰੋਬਲਮ ਕੀ ਆਈ ਸੀ ਕਿ ਬੋਰਾਂ ਦੇ ਵਿੱਚੋਂ ਗੰਦਾ ਕਾਲਾ ਪਾਣੀ, ਜਿਹੜਾ ਲਾਹਣ ਵਰਗਾ ਪਾਣੀ ਨਿਕਲਣਾ ਸਟਾਰਟ ਹੋ ਗਿਆ ਸੀ, ਤੇ ਲੋਕਾਂ ਨੇ ਆਪਦੀ ਜਿਹੜੀ ਮੰਗ ਸੀ ਸਰਕਾਰ ਤੱਕ ਰੱਖੀ ਸੀ। ਤੇ ਠੀਕ ਉਸੇ ਟਾਈਮ ਜਦੋਂ ਜੁਲਾਈ ਦੇ ਵਿੱਚ ਮਤਲਬ ਪ੍ਰੋਬਲਮ ਇਹ ਆਈ ਹੈ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਆਪ ਦੇ ਤੌਰ ਦੇ ਉੱਤੇ ਕੁਝ ਟੈਸਟ ਕਰਦਾ ਇਲਾਕੇ ਦੇ ਵਿੱਚੋਂ, ਤੇ ਉਹਦੀ ਰਿਪੋਰਟ ਆ ਜਿਹੜੀ ਉਹ ਮਤਲਬ ਜਨਤਕ ਤਾਂ ਨਹੀਂ ਕੀਤੀ ਜਾਂਦੀ, ਪਰ ਉਹ ਇੱਕ ਸਬੂਤ ਬਣਾ ਲਿਆ ਜਾਂਦਾ ਕਿ ਉਦੋਂ ਇੱਕ ਰਿਪੋਰਟ ਜਿਹੜੀ ਪੋਲਿਊਸ਼ਨ ਕੰਟਰੋਲ ਬੋਰਡ ਨੇ ਜਿਹੜੀ ਕੀਤੀ ਸੀ, ਉਹਦੇ ਵਿੱਚ ਉਹ ਸਾਰਾ ਕੁਝ ਜਾਣੀ ਵਿਖਾਇਆ ਜਾਂਦਾ ਕਿ ਪਾਣੀ ਪੀਣ ਯੋਗ ਹੈਗਾ। ਉਸ ਤੋਂ ਬਾਅਦ 24 ਤਰੀਕ ਨੂੰ ਜਦੋਂ ਧਰਨਾ ਲੱਗ ਜਾਂਦਾ ਤੇ ਫਿਰ ਵੀ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦਿੰਦੀਗੀ। ਤੇ ਜਦੋਂ ਅਸੀਂ ਅਗਸਤ ਦੇ ਵਿੱਚ ਇੱਕ ਮੰਗ ਪੱਤਰ ਦਿੰਦੇ ਹਾਂ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਤੇ ਜਸਟਿਸ ਜਸਬੀਰ ਸਿੰਘ ਜੀ, ਜਿਹੜੇ ਬਿਆਸ ਤੇ ਸਤਲੁਜ ਦਰਿਆ ਦੀ ਕੋਈ ਐਨਜੀਟੀ ਵੱਲੋਂ ਨਿਗਰਾਨ ਕਮੇਟੀ ਬਣਾਈ ਗਈ ਆ, ਉਹਦੇ ਚੇਅਰਮੈਨ ਨੇ ਜਸਟਿਸ ਜਸਬੀਰ ਸਿੰਘ ਤੇ ਇੱਕ ਉਹਦੇ ਸੀਨੀਅਰ ਜਿਹੜੇ ਮੈਂਬਰ ਨੇ ਐਸਸੀ ਅਗਰਵਾਲ, IAS ਰਿਟਾਇਰਡ ਨੇ, ਸਾਬਕਾ ਚੀਫ ਸੈਕਟਰੀ ਰਹੇ ਨੇ, ਤੇ ਸੰਤ ਬਲਵੀਰ ਸਿੰਘ ਜੀ ਵੀ ਉਹਦੇ ਮੈਂਬਰ ਨੇ। ਇਹ 3 ਮੈਂਬਰੀ ਜਿਹੜੀ ਕਮੇਟੀ, ਨਿਗਰਾਨ ਕਮੇਟੀ ਜਿਹੜੀ ਹੈ 18 ਤੇ 19 ਅਗਸਤ ਨੂੰ ਸਾਡੇ ਇੱਥੇ ਸੈਂਪਲ ਲੈ ਕੇ ਜਾਂਦੀ ਹੈ। ਜਿਹੜੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਜਿਹੜੇ ਉਹ ਸਾਰੇ ਨਾਲ ਆਉਂਦੇ ਨੇ, ਉਹਨਾਂ ਦੀ ਨਿਗਰਾਨੀ ਦੇ ਵਿੱਚ ਇਹ ਸਾਰੇ ਸੈਂਪਲ ਭਰੇ ਜਾਂਦੇ ਨੇ। ਪਰ ਮਤਲਬ 40 ਕੁ ਦਿਨ ਤੋਂ ਉੱਪਰ, 40-45 ਦਿਨ ਤੋਂ ਬਾਅਦ ਜਦੋਂ ਇਹ ਰਿਪੋਰਟ ਆਉਂਦੀ ਹੈ ਤੇ ਰਿਪੋਰਟ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਕਿ 85 ਪੇਜ ਦੀ ਇੱਕ ਪੇਜ ਆਉਂਦੀ ਹੈ, ਰਿਪੋਰਟ ਆਉਂਦੀ ਹੈ ਕਿ ਉਹ ਜਿਹੜੀ ਬਿਲਕੁਲ ਜਿਹੜੇ ਠੀਕ ਨੇ ਸਾਰੇ ਪੀਣਯੋਗ ਪਾਣੀ ਜਿਹੜਾ ਹੈਗਾ, ਤੇ ਲੋਕਾਂ ਦੇ ਵਿੱਚ ਭਾਰੀ ਰੋਸ ਉਦੋਂ ਪਾਇਆ ਜਾਂਦਾ ਹੈਗਾ। ਤੇ ਉਸ ਤੋਂ ਬਾਅਦ ਜਿਹੜਾ ਦਸੰਬਰ ਦੇ ਵਿੱਚ, ਜਨਵਰੀ ਦੇ ਵਿੱਚ ਜਿਹੜੀ 1 ਦਸੰਬਰ ਦੇ ਵਿੱਚ CM ਸਾਹਿਬ ਨਾਲ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਆ ਉਹ ਆਪਦੀ ਇੱਕ ਕਮੇਟੀਆਂ ਬਣਾਉਂਦੀ ਆ, ਤੇ ਉਹਦੇ ਵਿੱਚ ਕੁਝ ਦਸੰਬਰ ਦੇ ਐਂਡ ਦੇ ਵਿੱਚ ਤੇ ਕੁਝ ਜਨਵਰੀ ਸਟਾਰਟਿੰਗ ਦੇ ਵਿੱਚ ਪਾਣੀ ਤੇ ਮਿੱਟੀ ਦੇ ਜਿਹੜੇ ਸੈਂਪਲ ਹੁੰਦੇ ਨੇ, ਉਹਦੀ ਜਿਹੜੀ ਰਿਪੋਰਟ ਸੀ ਉਹਦੀ ਵੇਟ ਕੀਤੀ ਜਾ ਰਹੀ ਸੀ। ਉਸ ਤੋਂ ਪਹਿਲਾਂ ਹੀ 17 ਜਨਵਰੀ ਨੂੰ CM ਸਾਹਿਬ ਨੇ ਅਨਾਉਂਸ ਕਰਤਾ ਸੀ ਕਿ ਇਹ ਫੈਕਟਰੀ ਮੈਂ ਬੰਦ ਕਰਦਾ ਹੈਗਾ, ਜੋ ਕਿ ਜਿਹੜੇ ਉੱਤੇ ਅੰਦੋਲਨਕਾਰੀ ਆ ਲੋਕ ਨੇ ਇਲਾਕੇ ਦੇ, ਉਹ ਇਦਾਂ ਬੈਠੇ ਨੇ ਹਜੇ ਵੀ ਕਿ ਸਾਨੂੰ ਕੋਈ ਪ੍ਰੋਪਰ ਸਬੂਤ ਦੀ ਤੌਰ ਦੇ ਉੱਤੇ ਕੋਈ ਲਿਖਤੀ ਜਿਹੜਾ ਸਬੂਤ ਦਿੱਤਾ ਜਾਵੇ ਕਿ ਫੈਕਟਰੀ ਜਿਹੜੀ ਇਹ ਬੰਦ ਹੋ ਗਈ ਆ। ਸੋ 1-2 ਦਿਨਾਂ ਤੋਂ ਸਰ, ਪਰਸੋਂ ਤੋਂ ਹਿੰਦੁਸਤਾਨ ਟਾਈਮਸ ਦੇ ਵਿੱਚ ਨਿਊਜ਼ ਲੱਗਦੀ ਹੈ ਕਿ ਉਹ ਰਿਪੋਰਟ ਆ ਗਈ, ਉਹਦੇ ਵਿੱਚ ਜਿਹੜੇ ਸੈਂਪਲ ਨੇ ਪਾਣੀ ਦੇ ਉਹ ਫੇਲ ਪਾਏ ਗਏ ਨੇ ਵੀ ਉਹਦੇ ਵਿੱਚ
ਬਹੁਤ ਇਹੋ ਜਿਹੇ ਘਾਤਕ ਕੈਮੀਕਲ ਪਾਏ ਗਏ ਨੇ ਜਿਹੜੇ ਮਨੁੱਖੀ ਸਰੀਰ ਵਾਸਤੇ ਮਤਲਬ ਨੁਕਸਾਨਦੇਹ ਨੇ, ਬਿਮਾਰੀਆਂ ਦਾ ਕਾਰਨ ਜਿਹੜੇ ਬਣਦੇ ਨੇ। ਸੋ ਉਹ ਰਿਪੋਰਟ ਜਿਹੜੀ ਉਹਦੇ 5 ਸਫ਼ੇ ਜਿਹੜੇ ਅੱਜ ਤੱਕ ਮਤਲਬ ਜਿਹੜੇ ਸਾਨੂੰ ਮਿਲੇ ਨੇ, ਉਹਦੇ ਵਿੱਚ ਜਿਹੜਾ ਦਿਖਾਇਆ ਗਿਆ ਹੈਗਾ ਕਿ ਫੈਕਟਰੀ ਦੇ ਅੰਦਰੋਂ ਤੇ 5 ਕਿਲੋਮੀਟਰ ਦੇ ਜਿਹੜਾ ਘੇਰਾ ਸੀਗਾ ਉਹਦੇ ਵਿੱਚੋਂ ਜਿਹੜੇ ਜਿੰਨੇ ਵੀ ਪਾਣੀ ਦੇ ਜਾਂ ਮਿੱਟੀ ਦੇ ਸੈਂਪਲ ਜਿਹੜੇ ਲੈ ਗਏ ਨੇ, ਉਹਦੇ ਵਿੱਚ ਜਿਹੜੇ ਭਾਰੀ ਕੈਮੀਕਲ ਆ ਜਿਹੜੇ PCB ਜਿਹੜਾ ਮਤਲਬ ਹੋਣਾ ਚਾਹੀਦਾ, ਜਿੰਨਾ ਉਹਦੀ ਮਾਤਰਾ ਜਿਹੜੀ ਉਹ ਪਾਣੀ 'ਚ ਹੋਣੀ ਚਾਹੀਦੀ ਆ, ਉਦੋਂ 490 ਗੁਣਾ ਵੱਧ ਜਿਹੜੀ ਉਹ ਮਾਤਰਾ ਜਿਹੜੀ ਉਹ ਪਾਈ ਗਈ ਆ। ਸੋ ਮਤਲਬ 9 ਮਹੀਨੇ ਹੋ ਗਏ ਜਿਹੜਾ ਇਹ ਐਡਾ ਸੰਵੇਦਨਸ਼ੀਲ ਮੁੱਦਾ ਸੀਗਾ ਜਿਹਦੇ ਉੱਤੇ ਫੌਰੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਸੀ, ਤੇ 9 ਮਹੀਨੇ ਗੁਜ਼ਰਨ ਤੋਂ ਬਾਅਦ ਵੀ ਹੁਣ ਜਿਹੜਾ ਉਹ ਰਿਪੋਰਟ ਸਾਹਮਣੇ ਆਈ ਆ, ਤੇ ਹੁਣ ਵੀ ਸਰਕਾਰ ਨੂੰ ਚਾਹੀਦਾ ਕਿ ਉਹ ਜਿਹੜੀ 150 ਸਫ਼ੇ ਦੀ ਲਗਭਗ ਰਿਪੋਰਟ ਹੈਗੀ ਆ, ਜਿਹਦੇ 5 ਸਫ਼ੇ ਸਾਡੇ ਕੋਲੇ ਹਜੇ ਪਹੁੰਚੇ ਨੇ, ਤੇ ਉਹ ਜਨਤਕ ਕਰਕੇ ਤੇ ਇਹ ਫੈਕਟਰੀ ਦੇ ਵਿਰੁੱਧ ਜਿਹੜੀ ਕਾਰਵਾਈ ਉਹ ਕਰਨੀ ਚਾਹੀਦੀ ਹੈ। ਸੰਦੀਪ, ਮੈਂ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਵਾਲ ਲੈਣੇ, ਪਰ ਇੱਕ ਸਵਾਲ ਤੁਹਾਡੇ ਕੋਲੋਂ ਬਣਦਾ ਹੈ। ਬਹੁਤ ਅਹਿਮ ਗੱਲ ਕੀਤੀ ਹੈ ਤੁਸੀਂ ਕਿ ਕਈ 100 ਗੁਣਾ ਵਧੇਰੇ ਇਸ ਤਰ੍ਹਾਂ ਦਾ ਜ਼ਹਿਰੀਲਾ ਮਾਦਾ ਉਸ ਪਾਣੀ ਦੇ ਰਸਾਇਣਕ ਤੱਤ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਜਾਨਾਂ ਵੀ ਜਾ ਸਕਦੀਆਂ। ਆਪਾਂ ਇਹ ਜਾਣਨਾ ਚਾਹੁੰਦੇ ਕਿ ਮੁੱਖ ਮੰਤਰੀ ਨੇ ਤੁਹਾਨੂੰ ਕਿਹਾ ਕਿ ਫੈਕਟਰੀ ਬੰਦ ਕਰ ਦਿੱਤੀ ਜਾਏਗੀ, ਤੁਸੀਂ ਕਹਿੰਦੇ ਕਿ ਲਿਖਤੀ ਆਰਡਰ ਨਹੀਂ ਆਏ। ਉਹ ਸਵਾਲ ਤਾਂ ਹੈ ਹੀ ਹੈ, ਪਰ ਮੈਂ ਜਿਹੜਾ ਸਵਾਲ ਲੈ ਰਿਹਾ ਸੰਦੀਪ ਜੀ ਕਿ ਜਦੋਂ ਇਹ ਗੱਲ ਤੈਅ ਹੋ ਗਈ ਕਿ ਵੀ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ, ਉਹਦੇ ਲਈ ਫੈਕਟਰੀ ਜ਼ਿੰਮੇਵਾਰ ਹੈ, ਕੀ ਉਸ ਪਾਣੀ ਤੋਂ ਬਚਾਉਣ ਦੇ ਲਈ, ਜ਼ਹਿਰੀਲੇ ਪਾਣੀ ਤੋਂ ਬਚਾਉਣ ਦੇ ਲਈ ਕੋਈ ਉਪਰਾਲਾ ਕਰਨ ਦੇ ਲਈ ਸਰਕਾਰ ਵੱਲੋਂ ਕੋਈ ਉਪਰਾਲੇ ਕੀਤੇ ਗਏ? ਕਿਉਂਕਿ ਸਰਕਾਰ ਕੋਲ ਹੋਰ ਬੜੇ ਵੱਡੇ ਕੰਮ ਹੈ। ਉਹ ਕਹਿੰਦੇ ਜੀ ਅਸੀਂ ਜਿਹੜਾ ਹੈਗਾ ਨਸ਼ੇ ਬਰਦਾਸ਼ਤ ਨਹੀਂ ਕਰਾਂਗੇ, ਉਹ ਕਹਿੰਦੇ ਅਸੀਂ ਗੈਂਗਸਟਰ ਜਿਹੜੇ ਹੈਗੇ ਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਸੁੱਟ ਦਿਆਂਗੇ, ਕਾਰਵਾਈਆਂ ਕਰਾਂਗੇ। ਇੱਥੇ ਜਿਹੜਾ ਆਪਣੀ ਧਰਤੀ ਹੇਠਲਾ ਜ਼ਹਿਰੀਲਾ ਪਾਣੀ ਹੋ ਰਿਹਾ, ਲੋਕਾਂ ਦੀਆਂ ਜਾਨਾਂ ਬਚਾਉਣ ਲਈ ਅਮਲੀ ਤੌਰ 'ਤੇ ਕੋਈ ਕਦਮ ਉਠਾਇਆ ਗਿਆ? ਸੰਦੀਪ ਜੀ, ਬਹੁਤ ਅਹਿਮ ਸਵਾਲ ਹੈ ਜੋ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ। ਨਹੀਂ, ਬਿਲਕੁਲ ਜੀ, ਉਹੀ ਮੈਂ ਗੱਲ ਥੋੜੇ ਸ਼ਬਦਾਂ ਦੇ ਵਿੱਚ ਹੀ ਮੈਂ ਮਤਲਬ ਖਤਮ ਕਰੂੰਗਾ ਆਪਦੀ ਗੱਲ ਕਿ ਜਿਹੜਾ ਇਹ ਮਤਲਬ 9 ਮਹੀਨੇ ਹੋ ਗਏ ਜਿਹੜਾ ਸੰਵੇਦਨਸ਼ੀਲ ਮੁੱਦਾ ਸੀਗਾ ਜਿਹਦੇ ਤੇ ਫੌਰੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਸੀਗਾ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ, ਮਤਲਬ ਜਿਹਦੇ ਕਰਕੇ ਲੋਕਾਂ ਨੂੰ ਜਿਹੜੀ ਨੌਲੇਜ ਨਹੀਂ ਹੈਗੀ ਕਿ ਸਤਲੁਜ ਤੇ ਬਿਆਸ ਦਰਿਆ ਦੀ ਜਿਹੜੀ ਨਿਗਰਾਨ ਕਮੇਟੀ ਬਣੀ ਆ, ਉਹ ਮਤਲਬ ਪਤਾ ਨਹੀਂ ਉਹਦੇ ਅਧਿਕਾਰ ਜਿਹੜੇ ਜਸਟਿਸ ਸਾਹਿਬ ਕੋਲੇ ਹੈਗੇ ਵੀ ਸੀ ਕਿ ਨਹੀਂ। ਉਹ ਜਿਹੜੇ ਰਿਪੋਰਟ ਪੋਲਿਊਸ਼ਨ ਕੰਟਰੋਲ ਬੋਰਡ ਨੇ ਤਾਂ ਆਲਰੇਡੀ ਪਹਿਲਾਂ ਕੀਤੇ ਹੋਏ ਸੀਗੇ ਟੈਸਟ, ਉਹ ਦੁਬਾਰਾ ਫੇਰ ਜਿਹੜੇ ਸੈਂਪਲਿੰਗ ਦੁਆਰਾ ਕੀਤੀ ਗਈ ਉਹਦੀਆਂ ਰਿਪੋਰਟਾਂ ਜਿਹੜੀਆਂ ਸਹੀ ਦੇ ਦਿੱਤੀਆਂ ਜਾਂਦੀਆਂ। ਇੱਕ ਮੈਂ ਸਿੱਧੂ ਸਾਹਿਬ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਦਿਆਂ ਕਿ ਜਦੋਂ ਪਹਿਲਾਂ ਸੈਂਪਲ ਹੋਏ ਸੀਗੇ ਅਗਸਤ ਮਹੀਨੇ ਦੇ ਵਿੱਚ, ਤੇ ਉਦੋਂ ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਦੀ ਆਪਦੀ ਲੈਬ ਹੈਗੀ ਇੱਕ ਪਟਿਆਲਾ ਤੋਂ ਤੇ ਇੱਕ ਪੰਜਾਬ ਬਾਇਓ ਟੈਕਨੋਲੋਜੀ ਇਨਕੂਬੇਟਰ ਮੋਹਾਲੀ ਤੇ ਸ਼੍ਰੀ ਰਾਮ ਇੰਸਟੀਚਿਊਟ ਫਾਰ ਇੰਡਸਟਰੀ ਰਿਸਰਚ ਦਿੱਲੀ, ਇਹ ਜਿਹੜੀਆਂ ਲੈਬੋਰਟਰੀਆਂ ਸੀ ਇਹਨਾਂ ਤੋਂ ਜਿਹੜੇ ਟੈਸਟ ਉਦੋਂ ਹੋਏ ਸੀਗੇ। ਤੇ ਜਿਹੜੇ ਹੁਣ ਟੈਸਟ ਹੋਏ ਨੇ ਇੱਕ ਸਾਈ ਲੈਬ ਪਟਿਆਲਾ ਤੇ ਸ਼੍ਰੀ ਰਾਮ ਜਿਹੜੀ ਸੇਮ ਜਿਹੜੇ ਪਹਿਲਾਂ ਅਗਸਤ ਦੇ ਵਿੱਚ ਇਸੇ ਲੈਬ ਤੋਂ ਹੀ ਜਿਹੜੇ ਹੋਏ ਸੀਗੇ, ਤੇ ਇੱਕ ਜਿਹੜਾ ਹੈਗਾ IITR ਲਖਨਊ, ਇਹ 3 ਲੈਬ ਤੋਂ ਹੁਣ ਫੇਰ ਦੁਬਾਰਾ ਜਿਹੜੇ ਟੈਸਟ ਹੋਏ ਨੇ। ਪਰ ਜਿਹੜਾ ਅਗਸਤ ਮਹੀਨਾ ਸੀਗਾ ਉਦੋਂ ਫੈਕਟਰੀ ਬੰਦ ਹੋਈ ਨੂੰ ਸਿਰਫ 1 ਮਹੀਨਾ ਹੀ ਹੋਇਆ ਸੀਗਾ, ਤੇ ਹੁਣ ਤਕਰੀਬਨ ਜਿਹੜੇ ਜਦੋਂ ਜਨਵਰੀ ਦੇ ਵਿੱਚ ਸੈਂਪਲਿੰਗ ਹੋਈ ਹੈ ਤੇ ਉਦੋਂ 6-7 ਮਹੀਨੇ ਹੋ ਗਏ ਸੀ ਫੈਕਟਰੀ ਬੰਦ ਹੋਈ ਨੂੰ। ਪਰ ਉਹ ਜਿਹੜੇ ਟੈਸਟ ਦੀਆਂ ਰਿਪੋਰਟਾਂ ਨੇ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਆਇਆ, ਉਹ ਜਿਹੜਾ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਆਇਆ ਇਹਨਾਂ ਦੇ ਆਪਸ ਦੇ ਵਿੱਚ, ਤੇ ਉਹ ਮਤਲਬ ਇਹ ਗੱਲ ਜਿਹੜੀ ਹੈ ਇਹ ਫਿਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਕੀ ਕਾਰਨ ਹੈ ਜ਼ਿੰਮੇਵਾਰ ਜੀ, ਕੌਣ ਹੈ ਜ਼ਿੰਮੇਵਾਰ। ਬਿਲਕੁਲ, ਤੇ ਤੁਸੀਂ ਜਿਹੜਾ ਮੇਨ ਤੁਹਾਡਾ ਸਵਾਲ ਸੀਗਾ ਕਿ ਕੋਈ ਸਰਕਾਰ ਨੇ ਇਹਦੇ ਵਾਸਤੇ ਕੋਈ ਕਦਮ ਚੁੱਕਿਆ, ਬਿਲਕੁਲ ਨਹੀਂ ਵੀ ਜੀ। ਬਸ ਜਿਹੜੀਆਂ ਇਹ ਕਮੇਟੀਆਂ ਬਣੀਆਂ ਸੀ, ਇਹ ਸੈਂਪਲਿੰਗ ਜਿਹੜੀ ਲੈ ਗਈਆਂ ਸੀਗੀਆਂ, ਜਿਹਦੀ ਰਿਪੋਰਟ ਜਨਵਰੀ ਦੇ ਸਟਾਰਟਿੰਗ ਦੇ ਵਿੱਚ ਹੋਈ ਸੀ, ਤੇ ਹੁਣ ਪਾਣੀ ਉਹੀ ਮਜਬੂਰ ਹੈ, ਧਰਤੀ ਹੇਠਲਾ ਉਹੀ ਪਾਣੀ ਉੱਥੋਂ ਦੇ ਲੋਕ ਪੀ ਰਹੇ ਆ। ਰਿਪੋਰਟਾਂ ਜ਼ਰੂਰ ਆ ਗਈਆਂ। ਸੰਦੀਪ ਤੁਸੀਂ ਬਣੇ ਰਹੋ, ਫਿਰ ਉਹਨੇ ਆਪਾਂ ਇਸ ਮੁੱਦੇ ਤੇ ਕਨਗਿਲ ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਵੱਡਾ ਸਵਾਲ ਸੰਦੀਪ ਉਹਨਾਂ ਨੇ ਲਿਆਂਦਾ ਇਸ ਇਸ਼ੂ ਨੂੰ ਲੈ ਕੇ। ਤੁਹਾਡਾ ਇਸ ਮਾਮਲੇ 'ਚ ਬਹੁਤ ਤਜਰਬਾ ਵੀ ਹੈ, ਕੰਟਰੀਬਿਊਸ਼ਨ ਵੀ ਹੈ। ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ ਕਿ 9 ਮਹੀਨਿਆਂ ਤੋਂ ਸਿਰਫ ਇਸ ਲਈ ਲੜਾਈ ਲੜੀ ਜਾ ਰਹੀ ਹੈ ਕਿ ਸਾਨੂੰ ਜ਼ਹਿਰੀਲਾ ਪਾਣੀ ਪੀਣ ਤੋਂ ਬਚਾਇਆ ਜਾਵੇ, ਉਹੀ ਸਰਕਾਰ ਕੋਈ ਹੁਣ ਤੱਕ ਕਦਮ ਨਹੀਂ ਉਠਾ ਸਕੀ? ਇੱਕ ਰਿਪੋਰਟ ਆਈ ਹੈ ਹੁਣ ਜਿਹਦੇ 'ਚੋਂ ਪਤਾ ਲੱਗਿਆ ਕਿ ਵਾਕਈ ਲੋਕ ਠੀਕ ਹੈ। ਮੈਂ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਸੰਦੀਪ ਜੀ ਨੇ ਬੜਾ ਵਧੀਆ ਪੁਆਇੰਟ ਚੱਕਿਆ ਇਹਨਾਂ ਨੇ। ਇਹ ਮੈਂ ਨਾ ਇਹਨਾਂ ਨੂੰ ਇੱਕ ਸਰਕਾਰ ਨੂੰ ਸੁਝਾਅ ਭੇਜਿਆ ਸੀ ਬਈ ਇਹ ਕੋਈ ਜ਼ਿਆਦਾ ਵੱਡਾ ਮੁੱਦਾ ਨਹੀਂ ਹੈ, ਜੇ ਮੁੱਖ ਮੰਤਰੀ ਜੀ ਆਪ ਕੈਂਪ ਕਰਨ ਜਿਹਦੇ ਜਾ ਕੇ ਉਹ ਬੋਰ ਵੀ ਮਿਲ ਜਾਣਗੇ ਜਿੱਥੇ ਉਹਨਾਂ ਨੇ ਪਾਣੀ ਲੁਕਾਇਆ,
ਤੇ ਉਹਨਾਂ ਨੂੰ ਜਗ੍ਹਾ ਵੀ ਮਿਲ ਜਾਏਗੀ ਤੇ ਆਪਣਾ ਕੈਂਪ ਆਫਿਸ 5 ਦਿਨ ਲਾ ਦੇਣ ਤੇ ਕੋਈ ਸੈਂਪਲ ਕੋਈ ਔਖਾ ਨਹੀਂ ਸੀ ਕਿ ਲੱਭਣਾ। ਚਲੋ ਉਹ ਸਰਕਾਰ, ਕਿਉਂਕਿ ਸਰਕਾਰ ਹੁੰਦੀ ਆ ਆਪਣੇ ਮਤਲਬ ਲਈ, ਤੇ ਉਹਨਾਂ ਨੇ ਕੰਮ ਹੋਰ ਵੀ ਕਰਨੇ ਆ ਤੇ ਉਹਨਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਪਰ ਮੈਂ ਉਹਨਾਂ ਨੂੰ ਇੱਕ ਗੱਲ ਆਖਿਆ ਸੀ ਕਿ ਜਿਹੜੀਆਂ ਥੱਲੇ ਪਾਣੀ ਦੀਆਂ ਛਪੜੀਆਂ ਹੁੰਦੀਆਂ, ਜਿਵੇਂ ਸੰਦੀਪ ਜੀ ਨੇ ਕਿਹਾ, ਉਹ ਲਾਹਣ ਵਰਗਾ ਪਾਣੀ ਆਉਂਦਾ, ਇਹ ਆਪਸ 'ਚ ਥੱਲੇ ਨਹਿਰਾਂ ਨਹੀਂ ਚਲਦੀਆਂ, ਥੱਲੇ ਦਰਿਆ ਨਹੀਂ ਵਗ ਰਹੇ ਪਾਣੀ ਦੇ, ਇਹ ਅਲੱਗ-ਅਲੱਗ ਛਪੜੀਆਂ ਹੁੰਦੀਆਂ, ਕੋਈ ਵੱਡੀਆਂ ਹੁੰਦੀਆਂ ਕੋਈ ਛੋਟੀਆਂ ਹੁੰਦੀਆਂ। ਆਪਸ ਵਿੱਚ ਇਹਨਾਂ ਦਾ ਜਿਹੜੇ ਬਾਉਂਡਰੀਜ਼ ਬਣੀਆਂ ਹੁੰਦੀਆਂ ਉਹ ਜਾਂ ਕਲੇ ਦੀਆਂ ਹੁੰਦੀਆਂ ਤੇ ਜਾਂ ਉਹ ਪੱਥਰ ਤੇ ਰੌਕ ਦੀਆਂ ਹੁੰਦੀਆਂ। ਤੇ ਪਾਣੀ ਉਹਦੇ ਵਿੱਚ ਇੱਕ ਵਾਰੀ ਦੂਸ਼ਿਤ ਹੋ ਜਾਏ, ਜਦੋਂ ਤੱਕ ਉਹਨੂੰ ਪਾਣੀ ਨੂੰ ਆਪਾਂ ਕੱਢ ਕੇ ਪੰਪ ਆਊਟ ਨਹੀਂ ਕਰਦੇ ਤੇ ਫੇਰ ਸਦੀਆਂ ਬਾਅਦ ਉਸ 'ਚ ਪਾਣੀ ਜੀਰ ਕੇ ਇਕੱਠਾ ਨਹੀਂ ਹੁੰਦਾ, ਉਹ ਪਾਣੀ ਦਾ ਸਰੋਤ ਖਰਾਬ ਹੋ ਜਾਂਦਾ, ਬਣ ਨਹੀਂ ਸਕਦਾ। ਨਵਾਂ ਪਾਣੀ ਤਦੀ ਜਦੋਂ ਜੀਰੇਗਾ, ਨਵਾਂ ਪਾਣੀ ਆਏਗਾ ਤਾਂ ਬਣੇਗਾ। ਤੇ ਮੈਂ ਉਸ ਵੇਲੇ ਵੀ 30 ਤਰੀਕ ਮੇਰੇ ਖਿਆਲ ਦਸੰਬਰ ਜਾਂ 31 ਨੂੰ ਮੈਂ ਗਿਆ ਸੀ ਜ਼ੀਰੇ ਮੋਰਚੇ ਤੇ, ਮੈਂ ਉਦੋਂ ਵੀ ਸੰਘਰਸ਼ ਕਮੇਟੀ ਨੂੰ ਸਲਾਹ ਦਿੱਤੀ ਸੀ ਕਿ ਤੁਸੀਂ 3-4 ਮੰਗਾਂ ਜ਼ਰੂਰ ਰੱਖੋ ਇਹਨਾਂ ਕੋਲੋਂ, ਵੀ ਜਿਹੜਾ ਤੁਹਾਡਾ ਪਾਣੀ ਦੂਸ਼ਿਤ ਹੋਇਆ ਇਹ ਤਾਂ ਆਉਣਾ ਨਹੀਂ, ਹੁਣ ਇਹ ਤਾਂ ਠੀਕ ਹੋਣਾ ਨਹੀਂ, ਤੁਹਾਡੇ ਜਾਨਵਰਾਂ ਨੇ ਵੀ ਖਰਾਬ ਹੋਣਾ, ਬੰਦਿਆਂ ਨੇ ਵੀ ਖਰਾਬ ਹੋਣਾ ਤੇ ਫਸਲਾਂ ਨੂੰ ਵੀ ਉਹ ਪਾਣੀ ਲੱਗਣਾ, ਕਿਉਂਕਿ ਟੌਕਸਿਕ ਜਿਹੜਾ ਹੁਣ ਆਪਾਂ ਪਾਰਟਸ ਪਰ ਬਿਲੀਅਨ, ਮੈਂ ਦਰਸ਼ਕਾਂ ਨੂੰ ਉਲਝਾਉਣਾ ਨਹੀਂ ਚਾਹੁੰਦਾ, ਉਹਦੇ ਵਿੱਚ ਜਿਹੜੀ ਕਨਸੈਂਟ੍ਰੇਸ਼ਨ ਆਫ ਲੈਡ ਹੈ, ਕ੍ਰੋਮੀਅਮ ਹੈ ਤੇ ਪੋਲੀਫਿਨਾਈਲ ਹੈ, ਇਹ ਸਾਰੀਆਂ ਹੀ ਜਿਹੜੀਆਂ ਕਈ ਗੁਣਾ, 1000 ਗੁਣਾ ਉਹਦੇ ਉੱਤੇ ਨੇ, ਜੋ ਕਿ ਹੋਣੀਆਂ ਚਾਹੀਦੀਆਂ ਪਾਣੀ ਪੀਣ ਵਾਲੇ 'ਚ। ਮੈਂ ਇਹਨਾਂ ਨੂੰ ਸੁਝਾਅ ਦਿੱਤਾ ਸੀ ਬਈ ਜੀਰੇ ਤੱਕ ਅਜੇ ਉਹ ਪਾਣੀ ਲੈਂਦੇ ਆ ਕਨਾਲ ਦਾ, ਜਿਹੜੀ ਜੀਰੇ ਦੀ ਫੈਕਟਰੀ ਹੈ ਮਲਬਰੋ, ਉਹਨਾਂ ਤੱਕ ਉਹਨਾਂ ਨੂੰ ਨਹਿਰ ਦਾ ਪਾਣੀ ਮਿਲਦਾ। ਤੇ ਵੱਡੀ ਨਹਿਰ ਚੋਂ ਇਸ ਇਲਾਕੇ ਨੂੰ ਜਿੰਨੇ 40-45 ਪਿੰਡ ਜਿਹੜੇ ਅਫੈਕਟਡ ਹੈ, ਉਹਨਾਂ ਨੂੰ ਨਹਿਰ ਦਾ ਪਾਣੀ ਦਿੱਤਾ ਜਾਵੇ ਫੌਰੀ ਤੌਰ ਤੇ, ਤਾਂ ਕਿ ਜਿਹੜਾ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਦੁਬਾਰਾ ਨਾਰਮਲ ਵਾਲੇ ਪਾਸੇ ਨੂੰ ਆਵੇ। ਇਹ ਇੱਕ ਬੜੀ ਵੱਡੀ ਇਹਨਾਂ ਦੀ ਡਿਮਾਂਡ ਹੋਣੀ ਚਾਹੀਦੀ ਹੈ ਸੰਘਰਸ਼ ਮੋਰਚੇ ਵੱਲੋਂ, ਕਿ ਜੋ ਤੁਸੀਂ ਬੰਦ ਕੀਤਾ ਇਹਨਾਂ ਨੂੰ ਠੀਕ ਹੈ, ਕਿਉਂਕਿ ਕਮੇਟੀ ਕਹਿ ਰਹੀ ਹੈ ਵੀ ਜੇ ਫੈਕਟਰੀ ਚੱਲਦੀ ਹੁੰਦੀ ਤਾਂ ਸਾਡੇ ਰਿਜ਼ਲਟ ਹੋਰ ਹੋਣੇ ਸੀ। ਉਹਨਾਂ ਨੇ ਇੰਡਸਟਰੀਅਲ ਪੈਰਾਮੀਟਰ ਲੈ ਕੇ ਜਿਹੜੇ ਲਿਟਰੇਚਰ ਦੇ ਵਿੱਚ ਹੈਗੇ, ਉਹਨਾਂ ਨੇ ਉਸ ਦੇ ਆਧਾਰ ਤੇ ਹੀ ਇੰਨਾ ਜ਼ਿਆਦਾ, ਜਿਹੜਾ 8 ਮਹੀਨਿਆਂ ਬਾਅਦ ਇਹਨਾਂ ਦੇ ਸੈਂਪਲ ਆਏ ਆ, ਉਹ ਇੰਨੇ ਕੁ ਖਰਾਬ ਨੇ ਕਿ ਜਿਹੜਾ ਕਿ ਪਾਣੀ ਰਹਿਣ ਦੇ, ਪਾਣੀ ਪੀਣ ਦੇ ਕਾਬਿਲ ਨਹੀਂ। ਤੁਸੀਂ ਇਮੇਜਿਨ ਕਰੋ, ਇਹ ਇੱਕ ਫੈਕਟਰੀ ਹੈ ਜਿੱਥੇ ਲੁਧਿਆਣੇ ਵਿੱਚ ਇਹੋ ਜਿਹੀਆਂ ਹਜ਼ਾਰਾਂ ਫੈਕਟਰੀਆਂ ਨੇ, ਜਿਨ੍ਹਾਂ 'ਚ ਡਾਈਂਗ, ਇਲੈਕਟ੍ਰੋਪਲੇਟਿੰਗ, ਸਟੀਲ, ਡੇਅਰੀਜ਼, ਸੂਰੇਜ, ਦੇਖੋ ਕਈ ਕੁਝ ਸਮਾਨ ਬੁੱਢਾ ਦਰਿਆ ਦੇ ਥਰੂ ਸਤਲੁਜ ਜਾ ਰਿਹਾ, ਤੇ ਉੱਥੇ ਇੱਕ ਫੈਕਟਰੀ ਨੇ ਇੰਨਾ ਨੁਕਸਾਨ ਕੀਤਾ। ਤੁਹਾਡੇ ਦਰਸ਼ਕਾਂ ਨੂੰ ਮੈਂ ਇਹਦੇ ਵੱਲ ਤਵੱਜੋ ਦਿਵਾਉਣਾ ਚਾਹੁੰਦਾ ਵੀ ਸਾਡੇ ਪਾਣੀਆਂ ਦਾ ਕੀ ਹਾਲ, ਇਹ ਜਿਹੜੇ ਪਾਣੀ ਨੇ ਧਰਤੀ ਦੇ ਹੇਠਲੇ, ਇੱਕ ਮੈਂ ਸੁਝਾਵਾਂ ਵਿੱਚ ਇਹ ਵੀ ਕਹੂੰਗਾ ਸਰਕਾਰ ਨੂੰ, ਜੇ ਇਹਨੂੰ ਪੰਜਾਬ ਨੂੰ ਬਚਾਉਣਾ ਹੈ ਤਾਂ ਇੱਕ ਡਿਪਾਰਟਮੈਂਟ ਸਿਰਫ ਵਾਟਰ ਹਾਰਵੈਸਟਿੰਗ ਤੇ ਖੋਲ ਦਿਓ, ਹੋਰ ਕੋਈ ਜ਼ਰੀਆ ਨਹੀਂ ਇਹ ਜਿਹੜਾ ਗਰਾਊਂਡ ਦਾ ਪਾਣੀ ਹੈ ਉਹਨੂੰ ਰੀਚਾਰਜ ਕਰਨ ਦਾ, ਕਿਉਂਕਿ ਦਰਿਆ ਆਪਣੇ ਬਹੁਤ ਵੱਡੇ, ਉਹਨਾਂ ਵਿੱਚ ਪਾਣੀ ਜੀਰ ਨਾ ਸਕਦਾ, ਬਾਰਿਸ਼ ਨਾ ਜੀਰਨਾ, ਤੇ ਆਪਾਂ ਇਹਨੂੰ ਲਿਜਾ ਕੇ ਪਾਣੀ ਨੂੰ ਧਰਤੀ 'ਚ ਪਾਈਏ, ਸਾਫ਼ ਪਾਣੀ ਧਰਤੀ 'ਚ ਪਾਈਏ, ਤਾਂ ਪੰਜਾਬ ਦਾ ਅਗਲਾ ਭਵਿੱਖ ਬਚੇਗਾ। ਕਿਉਂਕਿ ਆਪਾਂ 164 ਲੀਟਰ ਪਾਣੀ ਕੱਢ ਰਹੇ ਹਾਂ ਤੇ 100 ਲੀਟਰ ਵਿੱਚ ਪਾ ਰਹੇ ਹਾਂ। ਅਗਲੇ 15 ਸਾਲਾਂ 'ਚ ਜਿਹੜਾ ਪੀਣ ਵਾਲਾ ਪਾਣੀ ਆ, ਖੇਤੀ ਵਾਲਾ ਪਾਣੀ ਆ, ਉਹ ਖਤਮ ਹੋਣ ਦੀ ਕਗਾਰ ਤੇ ਹੈ। ਮੈਂ ਤੁਹਾਨੂੰ ਇੰਨੀ ਆਈ, ਬਹੁਤ ਖਤਰਨਾਕ ਸਥਿਤੀ ਹੈ ਜੀ। ਆਪਾਂ ਜੇ ਨਹੀਂ ਸਮਝੇ, ਅਜੇ ਵੀ ਵੇਲਾ ਹੈਗਾ, ਸਰਕਾਰ ਇਸ ਦੇ ਵੱਲ ਬਹੁਤ ਜ਼ਿਆਦਾ ਤਵੱਜੋ ਦੇਵੇ। ਪਾਣੀ, ਹਵਾ ਤੇ ਧਰਤੀ ਨੂੰ ਸਾਫ਼ ਰੱਖਣ ਦਾ ਜਿਹੜਾ ਜ਼ਿੰਮਾ ਹੈ, ਜੇ ਉਹ ਨਾਗਰਿਕ ਦੇ ਉੱਤੇ ਆ ਤੇ ਉਹ ਸਰਕਾਰ ਤੇ ਵੀ ਹੈ ਤੇ ਇੰਡਸਟਰੀਲਿਸਟ ਤੇ ਵੀ ਹੈ, ਤੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੱਖਾਂ ਬੰਦ ਕਰਕੇ, ਜਿਵੇਂ ਸੰਦੀਪ ਜੀ ਨੇ ਦੱਸਿਆ ਵੀ ਜਿਹੜੀ ਪੁਰਾਣੀ ਰਿਪੋਰਟ ਹੈ ਉਸੇ ਲੈਬ ਤੋਂ ਹੀ ਆਈ ਹੈ, ਉਹ ਮੈਨੇਜ ਹੋਈ ਹੈ। ਜਿਹੜੀ ਹੁਣ ਰਿਪੋਰਟ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਥਾਪਰ ਇੰਸਟੀਚਿਊਟ ਤੇ IIT ਰੋਪੜ ਦੀ, ਇਹ ਤਿੰਨੇ ਇੰਸਟੀਚਿਊਟ ਜਿਹੜੇ ਬੜੇ ਪ੍ਰੈਸਟੀਜੀਅਸ ਨੇ, ਉਹਨਾਂ ਨੇ ਰਿਪੋਰਟ ਦਿੱਤੀ, ਬੜੀ ਠੀਕ ਰਿਪੋਰਟ ਦਿੱਤੀ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਰਿਪੋਰਟ ਦਿੱਤੀ ਹੈ, ਔਰ ਇਹਦੇ ਤੋਂ ਪਤਾ ਲੱਗਦਾ ਹੈ ਕਿ ਕਿਸ ਢੰਗ ਨਾਲ ਉਹਨੇ ਸੰਜੀਦਗੀ ਨਾਲ, ਜਿੱਦਾਂ ਤੁਸੀਂ ਕਹਿ ਰਹੇ ਹੋ, ਕਿਸੇ ਤੋਂ ਪ੍ਰਭਾਵਿਤ ਹੋ ਕੇ ਨਹੀਂ, ਜੋ ਤੱਥ ਸੀ, ਸੱਚਾਈ ਸੀ, ਉਹ ਸਾਹਮਣੇ ਲਿਆਂਦੀ ਹੈ। ਮੈਂ ਜਿਸ ਮਾਮਲੇ ਤੇ ਆਪਾਂ ਜਿੱਦਾਂ ਗੱਲ ਕੀਤੀ ਹੈ, ਕਰਨ ਗਿੱਲ ਹੋਣਾ ਨੇ, ਸੰਦੀਪ ਹੋਣਾ ਨੇ, ਦੇਖੋ ਇੱਕ ਸਵਾਲ ਮੈਂ ਇਹ ਵੀ ਲੈਣਾ ਚਾਹਾਂਗਾ, ਤੁਸੀਂ ਕਿਸਾਨੀ ਅੰਦੋਲਨ 'ਚ ਵੱਡੀਆਂ ਲੜਾਈਆਂ ਲੜੀਆਂ, ਹੁਣ ਜੇ ਆਪਾਂ ਗੱਲ ਕਰਦੇ ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ,
ਜਾਂ ਗ੍ਰੀਨ ਟ੍ਰਿਬਿਊਨਲ ਦੀ ਜਾਂ ਉਹਨਾਂ ਅਧਿਕਾਰੀਆਂ ਦੀ ਜਿਨ੍ਹਾਂ ਨੇ ਸਰਟੀਫਿਕੇਟ ਜਾਰੀ ਕੀਤੇ, ਕਿ ਉਹਨਾਂ ਦੇ ਵਿਰੁੱਧ ਕਾਰਵਾਈ ਨਹੀਂ ਹੋਣੀ ਚਾਹੀਦੀ? ਐਡਾ ਵੱਡਾ ਖਿਲਵਾੜ ਮਾਨਵਤਾ ਦੇ ਨਾਲ ਕੀਤਾ ਗਿਆ, ਔਰ ਇੱਕ ਸਰਕਾਰ ਵੱਲੋਂ ਨਹੀਂ, ਪਿਛਲੀਆਂ ਸਰਕਾਰਾਂ ਵੱਲੋਂ ਵੀ ਲਗਾਤਾਰ, ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਨੇ ਕਿ ਇਸ ਹਮਾਮ 'ਚ ਸਾਰੇ ਨੰਗੇ ਹੈ। ਜੀ ਮਹਿਮਾ ਜੀ। ਦੇਖੋ ਜੀ, ਗੱਲਬਾਤ ਜਿਹੜੀ ਹੋ ਰਹੀ ਸੀ ਆਪਣੀ ਜੀਰਾ ਫੈਕਟਰੀ ਤੋਂ ਸਾਨੂੰ ਓਵਰਆਲ ਪੰਜਾਬ ਦੀ ਹਾਲਤ ਤੇ ਹੀ ਚਰਚਾ ਕਰ ਲੈਣੀ ਚਾਹੀਦੀ ਹੈ। ਮੇਰੇ ਤੋਂ ਪਹਿਲਾਂ ਕੰਗ ਸਾਹਿਬ ਕਰਨੈਲ ਜੀ ਬੋਲ ਰਹੇ ਸੀ ਕਿ ਲੁਧਿਆਣੇ ਦਾ ਗੰਦਾ ਪਾਣੀ ਡਿੱਗਦਾ ਦਰਿਆਵਾਂ 'ਚ, ਉਹ ਵੀ ਪੋਲੂਸ਼ਨ ਹੋ ਗਿਆ। ਪਰ ਪੰਜਾਬ ਦੀ ਹਾਲਤ ਇਹ ਆ ਜੀ ਕਿ ਸਾਰਾ ਹੀ ਪਾਣੀ ਪੋਲੂਟਡ ਹੋ ਗਿਆ ਜੀ, ਕਿਤੇ ਵੀ ਬਚਿਆ ਨਹੀਂ। ਤੁਸੀਂ ਵੇਖੋ, ਹਰ ਘਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਆਰਓ ਦਾ ਪਾਣੀ ਪੀਤਾ ਜਾ ਰਿਹਾ। ਮਾਲਵੇ 'ਚ ਤਾਂ ਇਹ ਹੋ ਗਿਆ ਕਿ ਉੱਥੇ ਨਹਿਰਾਂ ਦੇ ਨੇੜੇ ਕਿਤੇ ਪੰਪ ਲੱਗੇ ਹੋਏ ਨੇ, ਉੱਥੋਂ ਜਾ ਕੇ ਉਹ ਲਿਆਉਂਦੇ ਨੇ ਪਾਣੀ ਤੇ ਪਿੰਡਾਂ ਦੇ ਵਿੱਚ ਵਰਤਿਆ ਜਾਂਦਾ। ਜਾਨੀ ਇੱਕ ਰੋਜ਼ਗਾਰ ਬਣ ਗਿਆ। ਉਹ ਡੇਲੀ ਇੱਕ ਟੈਂਕਰ ਦਾ 1000 ਕੇ 2000 ਦਿੰਦੇ ਨੇ ਸਾਫ਼ ਪਾਣੀ ਲਈ। ਬਹੁਤ ਵੱਡੀ ਕਿੱਲਤ ਆ ਰਹੀ ਹੈ ਜੀ, ਇਹ ਸਮੱਸਿਆ ਆ ਰਹੀ ਹੈ। ਔਰ ਕੈਂਸਰ ਜਿਹੜੀ ਹੈ ਜਾਂ ਜਿੰਨੀਆਂ ਵੀ ਬਿਮਾਰੀਆਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਹੀ ਫੈਲ ਗਈਆਂ ਨੇ। ਤੋ ਇਹ ਜਿਹੜਾ ਜੀਰੇ ਫੈਕਟਰੀ ਦਾ ਤਾਂ ਆਇਆ ਰਿਜ਼ਲਟ ਆਏ, ਉੱਥੇ ਅੰਦੋਲਨ ਚੱਲ ਰਿਹਾ, ਪਰ ਹਾਲਤ ਜਿਹੜੀ ਉਹ ਸਾਰੇ ਹੀ ਪੰਜਾਬ ਦੀ ਚਿੰਤਾਜਨਕ ਕੇ ਹਾਲਤ ਲਾਸਟ ਤੇ ਪਹੁੰਚ ਗਈ ਕਿ ਜਿਹੜਾ ਪਾਣੀ ਅਸੀਂ ਸੋਚਦੇ ਹਾਂ ਕਿ 15 ਸਾਲ ਬਾਅਦ ਹੀ ਸਾਨੂੰ ਹੋਣੀ ਉਹ ਕਿੱਲਤ ਆ ਰਹੀ ਹੈ। ਜੇ ਕਿਸੇ ਕੋਲ ਆਰਓ ਨਹੀਂ ਲੱਗਦਾ ਤਾਂ ਉਹ ਪਾਣੀ ਪੀਣ ਯੋਗ ਨਹੀਂ। ਉਹਦੇ ਆਰਓ ਲਵਾਉਣ ਦੇ ਬਾਵਜੂਦ ਵੀ ਬਿਮਾਰੀਆਂ ਇੰਨੀਆਂ ਮਾਰੂ ਰੂਪ ਇਖਤਿਆਰ ਕਰ ਗਈਆਂ ਵੀ ਉਹਦਾ ਇਲਾਜ ਹੋ ਗਈਆਂ। ਤੋ ਇਹਦੇ ਤੇ ਵੱਡੀ ਕਾਰਵਾਈ ਬਣਦੀ ਹੈ। ਜਿਹੜੀ ਜੀਰਾ ਫੈਕਟਰੀ ਤੇ ਥੱਲੇ ਧਰਤੀ ਦਾ ਪਾਣੀ ਸਾਰਾ ਗੰਦਾ ਕਰਤਾ, ਪਰ ਦੂਜੀਆਂ ਜਿਹੜਾ ਫੈਕਟਰੀਆਂ ਨੇ, ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਾਂ ਪਿਛਲੀਆਂ ਸਰਕਾਰਾਂ ਨੇ, ਇਹਦੇ ਚ ਸਾਰੀਆਂ ਹੀ ਦੋਸ਼ੀ ਨੇ। ਤੋ ਇਹਦੇ ਲਈ ਸਾਨੂੰ ਜਿਹੜਾ ਅਸੀਂ ਸੋਚ ਵੀ ਰਹੇ ਹਾਂ ਕਿ ਇੱਕ ਅੰਦੋਲਨ ਜਿਹੜਾ ਛੇੜਿਆ ਵੀ ਹੋਇਆ, ਪਰ ਫਿਰ ਵੀ ਕਿਤੇ ਨਾ ਕਿਤੇ ਫਰਕ ਰਹਿ ਜਾਂਦਾ। ਇਹ ਸਰਕਾਰ ਜਿਹੜੀ ਨਵੀਂ ਆਈ ਹੈ, ਇਹ ਇਸੇ ਕਰਕੇ ਲੈ ਕੇ ਆਂਦੀ ਸੀ ਲੋਕਾਂ ਨੇ ਕਿ ਇਹ ਜਿਹੜਾ ਸਾਡੀ ਹਾਲਤ ਬਣ ਗਈ ਹੈ, ਇਹਦੇ ਤੋਂ ਸਾਨੂੰ ਕੱਢੂਗੀ, ਨਵੀਆਂ ਕੁਝ ਲੈ ਕੇ ਆਊਗੀ, ਜਿਹੜੀਆਂ ਕਿਤੇ ਕੋਈ ਕਾਰਵਾਈ ਨਹੀਂ ਹੋਈ ਉਹ ਕਰੂਗੀ। ਪਰ ਇਹ ਸਰਕਾਰ ਜਿਹੜੀ ਵਿੱਚੋਂ ਟੋਕਣ ਲੱਗਿਆ ਤੁਹਾਨੂੰ, ਦੇਖੋ ਪਿਛਲੀਆਂ ਸਰਕਾਰਾਂ ਨੇ ਜੋ ਮਾੜਾ ਕੀਤਾ, ਜੋ ਪਰਫਾਰਮੈਂਸ ਉਹਨਾਂ ਦੀ ਮਾੜੀ ਰਹੀ, ਪੂਅਰ ਰਹੀ, ਉਹ ਤਾਂ ਲੋਕਾਂ ਨੇ ਸਭ ਕੁਝ ਦੇਤਾ। ਹੁਣ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਨਵੀਂ ਸਰਕਾਰ ਲੈ ਕੇ ਆਏ ਹੈ, ਨਵੀਂ ਸਰਕਾਰ 9 ਮਹੀਨਿਆਂ 'ਚ ਇਹ ਨਹੀਂ ਫੈਸਲਾ ਕਰ ਸਕੀ ਕਿ ਲੋਕਾਂ ਨੂੰ ਜ਼ਹਿਰ ਵਾਲਾ ਪਾਣੀ ਪੀਣ ਤੋਂ ਕਿਵੇਂ ਬਚਾਇਆ ਜਾਵੇ। ਇਹ ਸਾਨੂੰ ਇੰਝ ਲੱਗਦਾ ਜੀ ਕਿ ਜਿਹੜਾ ਉਹਨਾਂ ਤੋਂ ਥੋੜਾ ਬੜਾ ਫਰਕ ਰਹਿ ਗਿਆ, ਇਹ ਉਹਦੇ 'ਚ ਉਸ ਤੋਂ ਵਾਧਾ ਕਰ ਰਹੀ ਹੈ। ਇਹ ਤੁਸੀਂ ਵੇਖੋ ਜੀ ਵੀ ਪਾਣੀ ਦੇ ਇਹਨਾਂ ਨੇ 5-6 ਲਾਉਣੇ ਦੇਤੇ ਆਰਓ ਵੱਡੇ ਕਾਰਪੋਰੇਟ ਘਰਾਣਿਆਂ ਨੂੰ, ਸਾਰਾ ਪਾਣੀ ਪੋਲੂਟਡ ਹੋ ਗਿਆ। ਉਹਦੇ ਤੇ ਕੋਈ ਕਾਰਵਾਈ ਕਰਨ ਦੀ ਬਜਾਏ, ਲੋਕਾਂ ਨੂੰ ਪਾਣੀ ਸਾਫ਼ ਦੇਣ ਦੀ ਬਜਾਏ, ਜਿਹੜੀਆਂ ਫੈਕਟਰੀਆਂ ਨੇ ਗੰਦਾ ਕੀਤਾ ਉਹਦੇ ਕਾਰਵਾਈ ਨਹੀਂ ਕਰ ਰਹੇ, ਉਲਟਾ ਕਾਰਪੋਰੇਟ ਘਰਾਣਿਆਂ ਨੂੰ ਬਣਾ ਕੇ ਦੇ ਰਹੇ ਨੇ, ਵੱਡੇ ਉਹ ਆਰਓ ਲਵਾ ਰਹੇ ਨੇ, ਤੇ ਉਹ ਸ਼ਹਿਰਾਂ ਨੂੰ ਪਾਣੀ, ਨਹਿਰਾਂ ਦਾ ਪਾਣੀ ਉੱਥੇ ਲੈ ਜਾਣਗੇ, ਉੱਥੋਂ ਫਿਰ ਉਹ ਵੇਚਣਗੇ ਸ਼ਹਿਰਾਂ 'ਚ ਪਾਣੀ। ਅੰਮ੍ਰਿਤਸਰ ਸ਼ੁਰੂ ਹੋ ਗਿਆ, ਦਰਮੋਗੇ ਹੋ ਗਿਆ, ਮਾਲਵੇ 'ਚ ਸ਼ੁਰੂ ਹੋ ਗਿਆ। ਜਾਨੀ ਇੱਕ ਪਾਣੀ ਨੂੰ ਗੰਦਾ ਕਰਕੇ, ਪੋਲੂਟਡ ਕਰਕੇ, ਉਸ ਤੋਂ ਬਾਅਦ ਉਹਨੂੰ ਜਿਹੜਾ ਵੇਚਣ ਖਰੀਦਣ ਵਾਲੀ ਚੀਜ਼ ਬਣਾ ਲਿਆ, ਜਿਹੜੀ ਸਾਡਾ ਬੁਨਿਆਦੀ ਬਿਲਕੁਲ ਬਿਲਕੁਲ ਪਾਣੀ ਸਾਨੂੰ ਬੁਨਿਆਦੀ ਅਧਿਕਾਰ ਹੈ, ਪਾਣੀ ਤੋਂ ਬਿਨਾਂ ਜੀਵਨ ਨਹੀਂ। ਪਰ ਪਾਣੀ ਇੰਨਾ ਗੰਦਾ ਕਰਕੇ ਉਹਨੂੰ ਹੁਣ ਵੇਚਣ ਖਰੀਦਣ ਦੀ ਚੀਜ਼ ਬਣਾ ਲਿਆ। ਹੁਣ ਕਾਰਪੋਰੇਟਾਂ ਦਾ ਜਿਹੜਾ ਉਹਦੇ ਤੇ ਕਬਜ਼ਾ ਹੋ ਗਿਆ। ਜੀ ਮਹਿਮਾ ਜੀ, ਚਿੰਤਾ ਦੀ ਹਾਲਤ ਇਹ ਅਗਲੀ। ਬਿਲਕੁਲ ਤੁਹਾਡਾ ਇੰਪੋਰਟੈਂਟ ਕਮੈਂਟ ਹੈਗਾ। ਕਰਨ ਗਿੱਲ, ਤੁਸੀਂ ਇਸ ਮੁੱਦੇ ਤੇ ਕੁਝ ਕਹਿਣਾ ਚਾਹੁੰਦੇ ਸੀ? ਮੈਂ ਇਹਦੇ ਵਿੱਚ ਮਹਿਮਾ ਜੀ ਨਾਲ ਪੂਰਾ ਸਹਿਮਤ ਹਾਂ। ਇਹਦੇ ਵਿੱਚ ਇਹਨਾਂ ਨੇ ਗੱਲ ਜਿਹੜੀ ਆਖੀ ਹੈ ਕਿ ਪੰਜਾਬ ਦਾ ਪੂਰੇ ਦਾ ਪਾਣੀ ਖਰਾਬ ਹੈ। ਮੈਂ 2-3 ਨਜ਼ਰੀਏ ਤੁਹਾਨੂੰ ਗੱਲਾਂ ਇਹਦੇ ਵੱਲ ਧਿਆਨ ਦਿਵਾਉਣਾ। ਸਰਕਾਰ ਪਹਿਲਾਂ ਆਉਂਦੀ ਹੈ, ਸਰਕਾਰ ਵਾਅਦੇ ਕਰਕੇ ਆਉਂਦੀ ਹੈ, ਸਰਕਾਰ ਨੂੰ ਫਿਰ ਯਾਦ ਕਰਾਉਣਾ ਪੈਂਦਾ, ਕਿਉਂਕਿ ਸਰਕਾਰ ਅੰਨੀ ਤੇ ਬੋਲੀ ਹੋ ਜਾਂਦੀ ਹੈ। ਕਿਉਂਕਿ ਜਦੋਂ ਕੋਠੀਆਂ 'ਚ ਤੇ ਕੁਰਸੀਆਂ ਤੇ ਕਾਰਾਂ ਦੇ ਵਿੱਚ ਸਰਕਾਰ ਕਾਨਫਰੰਸਾਂ ਕੱਕੇ ਦੇ ਨਾਲ ਜੁੜ ਜਾਂਦੀ ਹੈ, ਇਹ ਬਾਕੀ ਚੀਜ਼ਾਂ ਭੁੱਲ ਜਾਂਦੀ ਹੈ। ਇਹਨਾਂ ਨੂੰ ਫਿਰ ਤੁਸੀਂ ਯੋਧੇ ਜਿਹੜੇ ਉਹ ਅੰਦੋਲਨ ਕਰਦੇ, ਮੱਤੇਵਾੜੇ ਦਾ ਅੰਦੋਲਨ ਕੀਤਾ ਸੀ, ਉਹ ਇਹਨਾਂ ਨੂੰ ਵਾਪਸ ਲੈਣਾ ਪਿਆ। ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਜਿਹੜੀ ਜ਼ਮੀਨੀ ਹਕੀਕਤ ਆ ਸਾਡੇ ਬਰਖਲਾਫ ਜਾ ਰਹੀ ਹੈ। ਜਦੋਂ ਜੀਰੇ ਫੈਕਟਰੀ ਦਾ ਪਤਾ ਲੱਗਿਆ ਵੀ ਇਹ ਕੰਮ ਹੁਣ ਸਾਡੇ ਜਿਹੜੇ ਕਿਸਾਨ ਭਰਾ, ਉਹ ਇੱਕ ਪਿੰਡ ਨਹੀਂ ਹੈ, 40 ਪਿੰਡ ਨਹੀਂ ਹੈ, ਇੱਕ ਪੰਚਾਇਤ ਨਹੀਂ ਹੈ, ਸਾਰੀਆਂ ਪੰਚਾਇਤਾਂ ਸਾਡੇ ਬਰਖਲਾਫ ਹੋ ਜਾਣਗੀਆਂ, ਇਹਨਾਂ ਨੇ ਫੈਸਲਾ ਲਿਆ। ਮੈਂ ਇਹ ਜਾਣਨਾ ਚਾਹਨਾ ਵੀ ਇਹ ਜੇ ਕੰਮ ਜਿਹੜੀਆਂ ਪੁਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ, ਇਹਨਾਂ ਨੂੰ ਆਉਂਦੇ ਹੀ ਪਹਿਲਾਂ ਇੱਕ ਪੰਜਾਬ ਵਾਤਾਵਰਣ ਕਮਿਸ਼ਨ ਬਣਾਉਣਾ ਚਾਹੀਦਾ ਸੀ। ਉਹਦੇ ਵਿੱਚ ਤੁਹਾਡੇ ਵਰਗੇ ਕਿਸਾਨ ਆਗੂ, ਕੋਈ ਇਨਵਾਇਰਨਮੈਂਟ ਐਕਸਪਰਟ,
ਉਹਨਾਂ ਨੂੰ ਨਾਲ ਲੈ ਕੇ ਇਹ ਕੋਈ ਇਹੋ ਜਿਹੀ ਫੈਕਟਰੀ ਲੱਗਣ ਨਾ ਦੇਣ ਜਿਹੜੀ ਪੋਲੂਸ਼ਨ ਕਰੇ, ਤੇ ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਬੰਦ ਕੀਤਾ ਜਾਵੇ ਵਿਜ਼ਿਟ ਕਰਕੇ। ਜਿਵੇਂ ਅੱਜ ਕੱਲ ਵਿਜੀਲੈਂਸ ਬਿਊਰੋ ਜਾਂਦਾ ਹੈ ਓਕੇ ਘਰੀ ਛਾਪੇ ਮਾਰਨ ਵੀ ਤੇਰਾ ਭਾਈ ਪੈਸੇ ਜਿੰਨੇ ਤੂੰ ਕਮਾਏ ਉਹਦੇ ਹਿਸਾਬ ਨਾਲ ਤੇਰੀ ਕਮਾਈ ਨਜ਼ਰ ਨਹੀਂ ਜ਼ਿਆਦਾ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਹੀ ਫੈਕਟਰੀਆਂ ਤੇ ਇਹੋ ਜਿਹੇ ਛਾਪੇ ਵੱਜਣ ਤੇ Thank you, ਆਪਣੇ ਆਪ ਹੀ ਧੰਨ ਜਿਹੜੇ ਬੰਦੇ ਕਸੂਰਵਾਰ ਹੈ ਪਾਣੀ ਦੇਖੋ ਪਾਣੀ ਜ਼ਹਿਰ ਵੰਡਣਾ, ਇਹਨੂੰ ਮੈਂ ਸਲੋ ਮਰਡਰ ਕਹਿਣਾ ਹੁੰਨਾ। ਜੇ ਅੱਜ ਕੈਂਸਰ ਹੋ ਰਿਹਾ ਮਾਲਵੇ ਜਾ ਕੇ ਕਿਸੇ ਇਲੈਕਟ੍ਰੋਪਲੇਟਿੰਗ ਡਾਈਂਗ ਇੰਡਸਟਰੀ ਦੇ ਕੈਮੀਕਲ ਤੋਂ, ਤਾਂ ਜੇ ਉਹ ਉਸ ਦਿਨ ਹੀ ਬੰਦਾ ਮਰ ਜਾਂਦਾ 302 ਜੀ। ਹੋਣੀ ਸੀ। ਹੁਣ ਇਹ ਬੰਦਾ 15 ਸਾਲਾਂ ਬਾਅਦ ਮਰਿਆ ਕਿਉਂ? ਕਿਸੇ ਦਾ ਬੱਚਾ ਅਪੰਗ ਜੰਮਿਆ। ਭਗਵੰਤ ਮਾਨ ਜੀ ਤੋਂ ਜ਼ਿਆਦਾ ਕੌਣ ਜਾਣਦਾ ਜਿਹੜੇ ਫਾਜ਼ਿਲਕਾ ਦੇ ਪਾਣੀ ਦਾ ਇਹਨਾਂ ਨੇ ਮੁੱਦਾ ਚੱਕਿਆ ਸੀ ਪਾਰਲੀਮੈਂਟ 'ਚ, ਵੀ ਇਸ ਤਰ੍ਹਾਂ ਬੱਚੇ ਅਪੰਗ ਹੋ ਜਾਂਦੇ ਆ, ਬੱਚਿਆਂ ਨੂੰ ਸੁਣਦਾ ਨਹੀਂ, ਕਿਸੇ ਲੂਲੇ ਲੰਗੜੇ ਹੋ ਜਾਂਦੇ ਆ। ਤਾਂ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਕੰਨ ਸਾਹਿਬ ਮੈਂ ਅੱਗੇ ਫੌਰੀ ਸਵਾਲ ਤੌਰ ਤੇ- ਲੈਣਾ ਹੈ। ਕੰਨ ਸਾਹਿਬ ਇੱਕ ਜੀ। ਅੱਗੇ ਸਵਾਲ ਲੈਣਾ ਇੱਕ ਨਿੱਕਾ ਜਿਹਾ ਸਵਾਲ ਦੇ ਸੰਖੇਪ 'ਚ ਜਵਾਬ। ਜਿੱਦਾਂ ਤੁਸੀਂ ਕਹਿ ਰਹੇ ਜੀ। ਕਿ ਭਗਵੰਤ ਮਾਨ ਤੋਂ ਵੱਧ ਕੌਣ ਜਾਣਦਾ, ਮੈਂ ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ ਕਿਉਂਕਿ ਵਾਤਾਵਰਨ ਨਾਲ ਤੁਹਾਡਾ ਬਹੁਤ ਨੇੜਲਾ ਰਾਬਤਾ ਹੈਗਾ। ਸੰਤ ਸੀਚੇਵਾਲ ਬਹੁਤ ਵੱਡੇ ਵਾਤਾਵਰਨ ਪ੍ਰੇਮੀ, ਵੇਈ ਨਦੀ ਦੀ ਗੱਲ ਦੁਨੀਆ ਭਰ 'ਚ ਉਹਨਾਂ ਦੀ ਚਰਚਾ। ਸੰਤ ਸੀਚੇਵਾਲ ਵੀ ਇੱਥੇ ਆਏ, ਕਰਨ ਗਿੱਲ ਕੀ ਉਹਨਾਂ ਨੂੰ ਸਮਝ ਨਹੀਂ ਲੱਗੀ ਇਸ ਗੱਲ ਦੀ, ਪਤਾ ਨਹੀਂ ਲੱਗਿਆ ਕਿਉਂਕਿ ਉਹਨਾਂ ਨੇ ਜਿਹੜਾ ਸਟੈਂਡ ਬਣਦਾ ਸੀ ਉਹ ਲਿਆ ਨਹੀਂ। ਪੈਸੇ ਤਾਂ ਬੜੇ ਵਾਤਾਵਰਨ ਪ੍ਰੇਮੀ ਹੈ, ਉਹ ਕਹਿੰਦੇ ਕਿ ਪਾਣੀ ਹੋਣਾ ਨਹੀਂ ਚਾਹੀਦਾ। ਜਦੋਂ ਆਪਣੀ ਵੇਈ ਨਦੀ ਤੇ ਲੈ ਕੇ ਗਏ ਤਾਂ ਉਹਨਾਂ ਨੇ ਮੁੱਖ ਮੰਤਰੀ ਨੂੰ ਪਾਣੀ ਦਾ ਗਲਾਸ ਭਰ ਕੇ ਪਿਆ ਔਰ ਉਹ ਗਟ-ਗਟ ਕਰਕੇ ਪੀ ਗਏ। ਅਸੀਂ ਵੀ ਦੇਖਿਆ ਲੋਕਾਂ ਨੂੰ ਪਾਣੀ ਪੀਂਦੇ ਉਹ, ਤੇ ਬਿਮਾਰ ਹੁੰਦੇ ਵੀ ਵੇਖਿਆ। ਕਿਉਂਕਿ ਜਿਹੜੀ ਸਾਇੰਟੀਫਿਕ ਚੀਜ਼ਾਂ ਕਈ ਵਾਰੀ ਉਸ ਤੋਂ ਬੰਦਾ ਦੂਰ ਚਲ ਜਾਂਦਾ, ਉਹ ਪੂਰਾ ਜਿਹੜਾ ਪਾਣੀ ਹੈ ਪਿਓਰ ਨਹੀਂ ਹੋਇਆ ਹੁੰਦਾ। ਮੇਰੇ ਖਿਆਲ ਸੀਐਮ ਸਾਹਿਬ ਉਸ ਤੋਂ ਬਾਅਦ ਬਿਮਾਰ ਵੀ ਹੋਏ। ਜਿਹੜਾ ਸੀਚੇਵਾਲ ਜੀ ਦਾ ਕੰਮ ਹੈ ਉਹ ਜਦੋਂ ਪੋਲੀਟੀਕਲ ਹੋ ਜਾਂਦਾ ਫਿਰ ਬੰਦੇ ਦੇ ਹੱਥ ਤੇ ਮੂੰਹ ਵੱਜ ਜਾਂਦਾ, ਤੇ ਉਹਨਾਂ ਦੀ ਜਦੋਂ ਸੁਰ ਰਲੀ ਨਹੀਂ ਹੋਣੀ ਉਦੋਂ ਤੱਕ ਸੀਐਮ ਸਾਹਿਬ ਨਾਲ ਵੀ ਇਹਨੂੰ ਆਪਾਂ ਬੰਦ ਕਰਨਾ। ਜਿਹੜਾ 17 ਜਨਵਰੀ ਦਾ ਆਰਡਰ ਆਣਾ ਸੀ, ਜੇ ਉਹਨਾਂ ਨਾਲ ਪਹਿਲਾਂ ਆਪਸ 'ਚ ਚੰਗਾ ਰਾਬਤਾ ਹੋਇਆ ਹੁੰਦਾ ਤਾਂ ਉਹ ਵਾਅਦਾ ਕਰਕੇ ਚਲ ਜਾਂਦੇ। ਉੱਥੇ ਜਦੋਂ ਸੰਘਰਸ਼ ਕਮੇਟੀ ਕੋਲੇ ਆਏ ਸੀ ਜਸਟਿਸ ਜਸਵੀਰ ਸਿੰਘ ਜੀ ਦੇ ਨਾਲ, ਮੇਰੇ ਖਿਆਲ ਉਦੋਂ ਤੱਕ ਇਹਨਾਂ ਨੇ ਇਸ ਨੂੰ ਗੰਭੀਰਤਾ ਨੂੰ, ਇਸ ਮੁੱਦੇ ਨੂੰ ਸਮਝਿਆ ਨਹੀਂ ਸੀ। ਬਿਲਕੁਲ ਠੀਕ ਉਹਨਾਂ ਹੈ। ਨੇ ਲੋਕਾਂ ਦੇ ਅੰਦੋਲਨ ਦੀ ਆਵਾਜ਼ ਨਹੀਂ ਸਮਝੀ ਸੀ, ਇਸ ਕਰਕੇ ਇਹ ਹੁਣ ਤਾਂ ਹੀ ਰਹਿ ਗਈ। ਤੇ ਸੀਚੇਵਾਲ ਜੀ ਹੁਣ ਜੋ ਕੰਮ ਕਰ ਰਹੇ ਆ, ਜੋ ਆਪਣਾ ਉਹਨਾਂ ਨੇ ਪੁਰਾਣਾ ਕੀਤਾ ਉਹਦਾ ਉਹਨਾਂ ਨੂੰ ਇਵਜ਼ ਮਿਲ ਗਿਆ ਰਾਜਾ ਸਾਹਿਬ ਸੀਟ। ਉਸ ਤੋਂ ਬਾਅਦ ਦੇਖਦੇ ਆ ਹੁਣ ਕੀ ਕਰਦੇ ਆ। ਯੈਸ ਬਿਲਕੁਲ, ਜਿਹੜਾ ਫਿਰ ਯੈਸ ਕਰਨ ਗਿੱਲ ਫਿਰ ਆਨੇ ਆ। ਕਈ ਵਾਰੀ ਹੁੰਦਾ ਕਿ ਤਾਜ਼ਾ ਜਦੋਂ ਅਹੁਦਾ ਮਿਲਿਆ ਹੁੰਦਾ ਤਾਂ ਉਦੋਂ ਲੋਕਾਂ ਦੇ ਮੁੱਦਿਆਂ ਨਾਲੋਂ ਉਹਦੇ ਤੇ ਨਜ਼ਰਾਂ ਜ਼ਿਆਦਾ ਬਣੀਆਂ ਰਹਿੰਦੀਆਂ। ਖੈਰ ਆਪਣਾ ਸੋਚ ਦਾ ਨਜ਼ਰੀਆ ਹੋ ਸਕਦਾ ਹੈ। ਸਾਡੇ ਨਾਲ ਕਾਫੀ ਦੇਰ ਦੇ ਬਰਾਗੀ ਸਾਹਿਬ ਸੰਤੋਖ ਤੇ ਸਬਰ ਸੰਜਮ ਨਾਲ ਇੰਤਜ਼ਾਰ ਕਰ ਰਹੇ ਹੋ। ਬਹੁਤ ਵੱਡਾ ਮੁੱਦਾ, ਜਿਸ ਮੁੱਦੇ 'ਤੇ ਤੁਸੀਂ ਬਾਕੀ ਮਹਿਮਾਨਾਂ ਨੂੰ ਵੀ ਸੁਣਿਆ। ਇੱਕ ਵੱਡਾ ਸਵਾਲ ਇਹ ਵੀ ਹੈ, ਸਰਕਾਰ ਕਹਿੰਦੀ ਹੈ ਕਿ ਅਸੀਂ ਯੋਗਾ ਜਿਹੜਾ ਅਭਿਆਸ ਕਰਾਉਣਾ ਹੈ, ਸਰਕਾਰ ਕਹਿੰਦੀ ਹੈ ਮੁਹੱਲਾ ਕਲੀਨਿਕ ਖੋਲ੍ਹਣਾ ਹੈ, ਸਿਹਤ ਸਾਡੇ ਲਈ ਬਹੁਤ ਵੱਡੀ ਗੱਲ ਹੈ। ਤੇ ਜਿੱਥੇ ਹਜ਼ਾਰਾਂ ਲੋਕ ਜ਼ਹਿਰੀਲਾ ਪਾਣੀ ਪੀ ਰਹੇ ਹੈ, ਉੱਥੇ ਮੁੱਦਾ ਕਿਉਂ ਨਹੀਂ ਬਣਦਾ? ਰਾਗੀ ਜੀ ਕੀ ਵਜ੍ਹਾ ਹੋ ਸਕਦੀ ਹੈ? ਬਿਲਕੁਲ ਸਾਰੇ ਹੀ ਜਿਹੜੇ ਮਾਹਰ ਕੋ ਪੈਨਲਿਸਟ ਸੀਗੇ ਉਹਨਾਂ ਨੇ ਗੱਲਾਂ ਰੱਖੀਆਂ। ਬਿਲਕੁਲ 9 ਮਹੀਨੇ ਤੋਂ ਦੇਖੋ ਸਿੱਧੂ ਸਾਹਿਬ ਅੰਦੋਲਨ ਚੱਲ ਰਿਹਾ ਜੀ, ਉਸ ਦੀ ਹੁਣ ਪੁਸ਼ਟੀ ਸਾਇੰਟੀਫਿਕਲੀ ਵੀ ਹੋ ਗਈ ਆ ਵੀ ਧਰਤੀ ਦੇ ਹੇਠ ਜਿਹੜਾ ਜ਼ਹਿਰੀਲਾ ਪਾਣੀ ਹੈਗਾ ਤੇ ਉਹ ਹਿਊਮਨ ਲਾਈਫ ਲਈ ਚੰਗਾ ਨਹੀਂ ਗਾ, ਬਹੁਤ ਮਾੜਾ ਵਾ। ਸਵਾਲ ਪੈਦਾ ਇਹ ਹੁੰਦਾ ਵੀ ਗਵਰਨਮੈਂਟ ਇਹਦੇ ਲਈ ਗੰਭੀਰ ਕਿਉਂ ਨਹੀਂ? ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਗਵਰਨਮੈਂਟ ਬੇਬਸ ਹੋ ਚੁੱਕੀ ਹੈ ਇਸ ਮਸਲੇ ਦੇ ਵਿੱਚ, ਕਿਉਂਕਿ ਕਿਤੇ ਨਾ ਕਿਤੇ ਕਾਰਪੋਰੇਟ ਦੇ ਹੱਥਾਂ ਵਿੱਚ ਖੇਡ ਰਹੀ ਆ ਤੇ ਉਹ ਉਸ ਨੂੰ ਬੰਦ ਕਰਨ ਨਹੀਂ ਦਿੱਤੇ ਜਾ ਰਹੀ। ਇਹਨਾਂ ਦੀ ਵਾਹ ਨਹੀਂ ਲੱਗ ਰਹੀ, ਵਿੱਚ ਕਿਤੇ ਨਾ ਕਿਤੇ ਦਿੱਲੀ ਆ ਜਾਂਦੀ ਆ। ਸੋ ਸਾਹਿਬ ਆਪਾਂ ਸਾਰੇ ਹੀ ਜਾਣਦੇ ਹਾਂ, ਜਿੱਥੋਂ ਤੱਕ ਕਰਪਸ਼ਨ ਦੀ ਗੱਲ ਵੀ ਤੁਸੀਂ ਕੀਤੀ ਆ, ਵੀ ਜਿਹੜੇ ਟਿਕਟਾਂ ਲੈਣੋਂ ਰਹਿ ਜਾਂਦੇ ਹੁੰਦੇ ਆ ਨਾ, ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨੀ ਲਈ ਬਹੁਤ ਹੱਥ ਪੈਰ ਮਾਰਦੇ ਆ। ਉਹ ਸਭ ਇਹਨੂੰ ਪਲਮ ਸਮਝਦੇ ਆ ਤੇ ਕਰਪਸ਼ਨ ਹੈ, ਸਾਰਾ ਕੁਝ ਕਰਪਸ਼ਨ ਦਾ ਬੋਲਬਾਲਾ ਹੈਗਾ ਵਾ। ਜਿਹੜੇ ਫੈਕਟਰੀ ਵਾਲੇ ਆ ਉਹਨਾਂ ਨੇ ਸਰਕਾਰਾਂ ਤੱਕ ਮੈਨੇਜ ਕੀਤੀਆਂ ਗਈਆਂ, ਪਰ ਇਹ ਨਹੀਂ ਹੋਣਾ ਚਾਹੀਦਾ। ਜੇ ਅਸੀਂ ਗੱਲ ਡਿਵੈਲਪਮੈਂਟ ਦੀ ਕਰਦੇ ਹਾਂ ਜਾਂ ਰੁਜ਼ਗਾਰ ਦੀ ਕਰਦੇ ਹਾਂ, ਸਾਨੂੰ ਜਿਹੜੀਆਂ ਬੇਸਿਕ ਸਾਡੀਆਂ ਹੈਗੀਆਂ ਪਾਣੀ, ਧਰਤੀ, ਇਹਦਾ ਵੀ ਖਿਆਲ ਰੱਖਣਾ ਚਾਹੀਦਾ ਵਾ, ਜਿੱਥੇ ਨਾਲ ਕਾਫੀ। ਤੇ ਹੁਣ ਸਰਕਾਰ ਨੂੰ ਫਰਜ਼ ਇਹ ਬਣਦਾ ਵਾ ਵੀ ਇਹ ਹਟਾਉਣ ਦੀ ਤਾਂ ਗੱਲ ਹੈਗੀ ਆ, ਫੈਕਟਰੀ ਨੂੰ ਫੌਰੀ ਤੌਰ ਤੇ ਰਿਟਨ ਆਰਡਰ ਦੇ ਕੇ ਬੰਦ ਕਰੇ। ਉਦੋਂ ਗਾਂਹ ਵੀ ਲੋਕਾਂ ਨੂੰ ਜਿਹੜੀ ਕੰਪਨਸੇਸ਼ਨ ਦੀ ਲੋੜ ਹੈਗੀ ਆ, ਜੋ ਉੱਥੇ ਰੀਹੈਬਿਲਿਟੇਟ ਕੀਤਾ ਜਾਵੇ ਉਹਨਾਂ ਨੂੰ, ਤੇ ਉਸ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਮੈਂ ਹੈਰਾਨ ਆ, ਪਤਾ 9 ਮਹੀਨੇ ਤੋਂ ਪਤਾ ਨਹੀਂ ਸਰਕਾਰ ਕਿਹੜੇ ਇੱਕ ਕਿਹੋ ਜਿਹੇ ਐਜੀਟੇਸ਼ਨ ਦੀ ਮੰਗ ਕਰ ਰਹੀ ਆ ਵੀ ਤਾਂ ਕਰਕੇ ਇਹ ਜਾਗੂਗੀ, ਬੋਲੂਗੀ। ਬੜੀ ਹੈਰਾਨੀ ਦੀ ਗੱਲ ਆ, ਬੜਾ ਸੈਂਸਿਟਿਵ ਮੁੱਦਾ ਹੈਗਾ ਇਹ। ਮੇਰਾ ਕਿ ਇੱਕ ਸਵਾਲ ਜਿਹੜਾ ਮੈਂ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ, ਤੁਸੀਂ ਲੀਗਲ ਨਜ਼ਰੀਏ ਤੋਂ ਵੀ ਇਸ ਗੱਲ ਨੂੰ ਜ਼ਰੂਰ ਦੇਖੋਗੇ ਕਿ ਜਿਹੜੇ ਅਧਿਕਾਰੀਆਂ ਨੇ ਸਰਟੀਫਿਕੇਟ ਜਾਰੀ ਕੀਤੇ ਕਿ ਜੀ ਪਾਣੀ ਦੀ ਕੋਈ ਸਮੱਸਿਆ ਨਹੀਂ,
ਜਿਹੜੇ ਬੋਰਡ ਨੇ ਜਿਹੜਾ ਹੈਗਾ ਕਿਹਾ ਕਿ ਨਹੀਂ, ਜਿਹੜੀ ਲੈਬ ਨੇ ਇਸ ਗੱਲ ਨੂੰ ਜਸਟੀਫਾਈ ਕੀਤਾ, ਉਹਨਾਂ ਮੁੱਦਿਆਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਬਿਲਕੁਲ ਕਾਰਵਾਈ ਆਖਰਕਾਰ ਕਿਤੇ ਨਾ ਕਿਤੇ ਫਿਰ ਸੰਵਿਧਾਨ ਜਾਂ ਕਾਨੂੰਨ ਤਾਂ ਸਾਰਿਆਂ ਤੇ ਲਾਗੂ ਹੁੰਦਾ ਹੈ। ਬਿਲਕੁਲ ਲੀਗਲ ਕਾਰਵਾਈ ਬਣਦੀ ਹੈ ਜੀ, ਉਹ ਦੋਸ਼ੀ ਹੈ ਇਸ ਗੱਲ ਦੇ। ਪਰ ਹੁਣ ਗੱਲ ਇੱਥੇ ਕਿ ਜਿਹੀ ਰੁਕ ਪੈਂਦੀ ਹੈ ਵੀ ਸਰਕਾਰ ਕੀ ਕਰਦੀ ਆ ਕੀ ਨਹੀਂ ਕਰਦੀ, ਜਾਂ ਮੋਰਚੇ ਦਾ ਕਿਹੜਾ ਭਿਆਨਕ ਰੂਪ ਉਹ ਦੇਖਣਾ ਚਾਹੁੰਦੀ ਹੈ ਇਸ ਐਜੀਟੇਸ਼ਨ ਦਾ। ਉਹਨਾਂ ਦੀ ਲਾਇਬਿਲਿਟੀ ਹੈਗੀ ਆ, ਉਹ ਇੱਕ ਲਾਇਬਲ ਆਏ ਸਾਰੇ ਕਾਸੇ ਲਈ। ਮੈਂ ਪਹਿਲਾਂ ਵੀ ਸਬਮਿਟ ਕਰ ਚੁੱਕਿਆ ਵੀ ਜਿਹੜਾ ਸਭ ਤੋਂ ਵੱਧ ਬੋਲਬਾਲਾ ਜੇ ਕਹੀਏ ਪੰਜਾਬ ਦੇ ਵਿੱਚ ਕਿਸੇ ਡਿਪਾਰਟਮੈਂਟ ਦੇ ਵਿੱਚ ਹੈਗਾ ਤਾਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਉਹਨਾਂ ਵਿੱਚੋਂ ਪਹਿਲੇ ਦੂਜੇ ਤੀਜੇ 'ਚ ਆਉਂਦਾ ਵਾ, ਤੇ ਲਾਇਬਲ ਹੈਗੇ ਆ। ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ, ਇਹਨਾਂ ਦੇ ਕ੍ਰਿਮੀਨਲ ਕੇਸ ਦਰਜ ਹੋਣੇ ਚਾਹੀਦੇ ਆ, ਕਿਉਂਕਿ ਕੋਈ ਮਜ਼ਾਕ ਥੋੜੋ ਆ। ਤੁਸੀਂ ਇੱਕ ਪਾਸੇ ਉਸ ਧਰਤੀ ਤੇ ਰਹਿ ਰਹੇ ਹੋ ਜਿੱਥੇ ਪਵਨ ਗੁਰੂ ਪਾਣੀ ਪਿਤਾ ਦਾ ਦਰਜਾ ਦਿੱਤਾ ਗਿਆ ਵਾ, ਤੇ ਤੁਸੀਂ ਇਹੋ ਜਿਹੀਆਂ ਨਲਾਇਕੀਆਂ ਕਰਦੇ ਹੋ। ਤੇ ਹਾਲਾਂਕਿ ਉੱਥੋਂ ਦੇ ਜਿਹੜੇ ਵਸਿੰਦੇ ਹੈਗੇ ਆ ਲੋਕਲ, ਉਹ 9 ਮਹੀਨਿਆਂ ਤੋਂ ਵਿਚਾਰੇ ਐਜੀਟੇਸ਼ਨ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ। ਹੁਣ ਉਹ ਸਾਇੰਟੀਫਿਕਲੀ ਵੀ ਪ੍ਰੂਫ ਹੋ ਗਿਆ ਇਸ ਚੀਜ਼ ਨੂੰ। ਸਰਕਾਰ ਨੂੰ ਬੜਾ ਗੰਭੀਰਤਾ ਨਾਲ ਲੈਣਾ ਚਾਹੀਦਾ, ਪਰ ਸਮਝ ਨਹੀਂ ਆਉਂਦੀ। ਸ਼ਾਇਦ ਕੋ ਪੈਨਲਿਸਟ ਸਮਝਾ ਸਕਣ ਵੀ। ਮੈਨੂੰ ਲੱਗਦਾ ਕਿਤੇ ਨਾ ਕਿਤੇ ਦਿੱਲੀ ਆੜੇ ਆ ਜਾਂਦੀ ਆ, ਜਿਸ ਕਰਕੇ ਉਹ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਪਰ ਸਮਝ ਨਹੀਂ ਆਉਂਦੀਆਂ। ਸੰਦੀਪ, ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ 9 ਮਹੀਨੇ ਤੋਂ ਸੰਘਰਸ਼ ਕਰ ਰਹੇ ਹੋ, ਸਾਰੇ ਮਹਿਮਾਨਾਂ ਦੀ ਵੀ ਇਸ ਗੱਲ ਦੇ ਉੱਤੇ ਸਹਿਮਤੀ ਹੈ। ਪੰਜਾਬ ਦੁਨੀਆ ਭਰ 'ਚ ਬੈਠੇ ਪੰਜਾਬੀ ਵੀ ਤੁਹਾਨੂੰ ਦੇਖਦੇ ਆ, ਸੁਣਦੇ ਆ ਕਿ ਕਿਸ ਤਰ੍ਹਾਂ ਸੰਘਰਸ਼ ਹੋ ਰਿਹਾ। ਆਪਣੀ ਕਿਸਮ ਦਾ ਨਿਵੇਕਲਾ ਸੰਘਰਸ਼। ਮੈਂ ਤਾਂ ਇਹ ਕਹਿਣਾ ਹੁੰਦਾ ਕਿ ਪਹਿਲੀ ਵਾਰੀ ਹੈ ਕਿ ਕਿਸਾਨਾਂ ਨੇ ਜਾਂ ਉੱਥੋਂ ਦੇ ਸਧਾਰਨ ਲੋਕਾਂ ਨੇ ਮਿਲ ਕੇ ਵਾਤਾਵਰਨ ਜਾਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲੜਾਈ ਲੜੀ, ਅਤੇ ਪਹਿਲੀ ਵੱਡੀ ਲੜਾਈ ਹੈ ਜਿਹੜੀ ਤੁਸੀਂ ਲੜ ਰਹੇ ਹੋ। ਪਰ ਜਿਹੜੇ ਲੋਕ ਵੀ ਇਹਦੇ ਲਈ ਜ਼ਿੰਮੇਵਾਰ ਹੈ, ਅਧਿਕਾਰੀ ਜ਼ਿੰਮੇਵਾਰ ਹੈ, ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਖਿਲਾਫ ਚਾਹੇ ਪ੍ਰਦੂਸ਼ਣ ਬੋਰਡ ਦਾ ਚੇਅਰਮੈਨ ਹੋਵੇ, ਚਾਹੇ ਉੱਥੋਂ ਦੇ ਅਧਿਕਾਰੀ ਹੋਣ, ਜਾਂ ਜਿਹਨਾਂ ਸਰਟੀਫਿਕੇਟ ਜਾਰੀ ਕੀਤੇ ਹੋਣ, ਜੇ ਇਸੇ ਤਰੀਕੇ ਨਾਲ ਫੈਕਟਰੀ ਜੇ ਇਸ ਮਾਮਲੇ ਦੇ ਵਿੱਚ ਪਾਈ ਜਾਂਦੀ ਹੈ ਜ਼ਿੰਮੇਵਾਰ, ਤਾਂ ਵੱਡੇ ਜੁਰਮਾਨੇ ਤੇ ਕੋਈ ਨਾ ਕੋਈ ਕਾਰਵਾਈਆਂ ਨਹੀਂ ਹੋਣੀ ਚਾਹੀਦੀ ਤੇ ਰਾਹਤ ਨਹੀਂ ਮਿਲਣੀ ਚਾਹੀਦੀ ਜਿਹੜੇ ਲੋਕ ਲੰਬੇ ਸਮੇਂ ਤੋਂ ਜ਼ਹਿਰੀਲਾ ਪਾਣੀ ਪੀ ਰਹੇ ਆ? ਸੰਦੀਪ ਜੀ। ਸਿੱਧੂ ਸਾਹਿਬ, ਬਿਲਕੁਲ। ਜੇ ਮੈਂ ਗਲਤ ਨਾ ਹੋਵਾਂ ਤਾਂ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰ ਦਿਆਂ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਵਾਟਰ ਐਕਟ ਦੇ ਰੂਲ ਦੇ ਅਕੋਰਡਿੰਗ ਕਿਸੇ ਬੰਦੇ ਨੂੰ ਜਿਹਨੇ ਕੋਈ ਇਹੋ ਜਿਹੀ ਗਲਤੀ ਕੀਤੀ ਹੋਊਗੀ ਤਾਂ ਉਹਨੂੰ ਕੋਈ ਸਜ਼ਾ ਹੋਈ ਹੋਊਗੀ। ਤੇ ਫਿਰ ਇਹੋ ਜਿਹੇ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜੇ ਇਹੋ ਜਿਹੇ ਬੋਰਡ ਆ ਉਹਨਾਂ ਨੂੰ ਰੱਖਣ ਦਾ, ਬਣਾਉਣ ਦਾ ਕੀ ਫਾਇਦਾ ਜੀ, ਦੱਸੋ। ਤੁਹਾਨੂੰ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਸੀਂ ਜਿੱਥੇ ਵੀ ਸਾਨੂੰ ਕੋਈ ਪੱਤਰਕਾਰ ਇਹੋ ਜਿਹਾ ਕੁਐਸਚਨ ਪੁੱਛਦਾ ਤਾਂ ਅਸੀਂ ਦੱਸਦੇ ਹਾਂ ਉਹਨਾਂ ਨੂੰ ਕਿ ਜਿਹੜੇ ਇੱਕ ਕੋਈ ਪੋਲਿਊਸ਼ਨ ਕੰਟਰੋਲ ਬੋਰਡ ਦੇ ਸਾਬਕਾ ਅਧਿਕਾਰੀ ਨੇ ਬਾਬੂ ਰਾਮ ਜੀ, ਉਹ ਫੈਕਟਰੀ ਦੇ ਨਾਲ ਇਹਨਾਂ ਦਾ ਬੜਾ ਪਿਆਰ ਹੈਗਾ ਜੀ। ਫੈਕਟਰੀ ਨਾਲ ਕਹਿ ਲਓ ਜਾਂ ਇਹ ਜਿਹੜੇ ਇਹਦੇ ਮਾਲਕ ਨੇ, ਇਹਨਾਂ ਨਾਲ ਬਹੁਤ ਪਿਆਰ ਆ ਉਹਨਾਂ ਦਾ। ਜਦੋਂ ਇਹਨਾਂ ਨੂੰ ਸਟਾਰਟਿੰਗ ਦੇ ਵਿੱਚ ਜਿਹੜੀਆਂ ਪਰਮਿਸ਼ਨਾਂ ਮਿਲਦੀਆਂ ਤੇ ਉਹਦੇ ਵਿੱਚ ਉਹਨਾਂ ਦਾ ਵੱਡਾ ਰੋਲ ਹੁੰਦਾ। ਫਿਰ ਜਦੋਂ ਇਹ 2016 ਦੇ ਵਿੱਚ ਕੋਈ ਪਬਲਿਕ ਹੀਅਰਿੰਗ ਹੁੰਦੀ ਆ ਤੇ ਉਹਦੇ ਤੇ ਵੀ ਮੇਨ ਜਿਹੜਾ ਰੋਲ ਆ ਉਹੀ ਬਾਬੂ ਰਾਮ ਜੀ ਅਦਾ ਕਰਦੇ ਨੇ। ਫਿਰ ਜਿਹੜੀ ਸੀਚੇਵਾਲ ਦੀ ਜਿਹੜੀ ਰਿਪੋਰਟ ਆ, ਜਿਹਨੂੰ ਐਨਜੀਟੀ ਦੀ ਰਿਪੋਰਟ ਦੇ ਨਾਂ ਦੇ ਨਾਲ ਬਿਆਨਿਆ ਜਾ ਰਿਹਾ ਅੱਜ ਤੱਕ, ਉਹਦੇ ਵਿੱਚ ਵੀ ਹਾਲਾਂਕਿ ਉਹ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਜਿਹੜੇ ਬਾਬੂ ਰਾਮ ਜੀ ਸੀਗੇ ਉਹ ਰਿਟਾਇਰ ਹੋ ਗਏ ਸੀਗੇ, ਤੇ ਫਿਰ ਉਹਨਾਂ ਨੂੰ ਪਤਾ ਨਹੀਂ ਕਿਹੜੇ ਚੱਕਰ ਦੇ ਵਿੱਚ ਉੱਥੇ ਹੀ ਮਤਲਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚ ਹੀ ਕੁਝ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਨੇ। ਤੋ ਉਹ ਜਿਹੜੀ ਰਿਪੋਰਟ ਆ ਉਹਨੂੰ ਵੀ ਟੈਕਨੀਕਲ ਐਕਸਪਰਟ ਦੇ ਤੌਰ ਤੇ ਬਾਬੂ ਰਾਮ ਜੀ ਜਿਹੜੇ ਮਤਲਬ ਐਨਾਲਿਸਿਸ ਉਹਦਾ ਉਹ ਕਰਦੇ ਨੇ, ਉਹਨਾਂ ਰਿਪੋਰਟ ਦੇ ਉੱਪਰ ਵੀ ਉਹਨਾਂ ਦੇ ਸਾਈਨ ਨੇ। ਸੋ ਉਹਨਾਂ ਦਾ ਨਾਂ ਜਿਹੜਾ ਵਾਰ-ਵਾਰ ਆ ਰਿਹਾ, ਮੇਰੇ ਹਿਸਾਬ ਦੇ ਨਾਲ ਸਰਕਾਰ ਨੂੰ ਇਹ ਚਾਹੀਦਾ, ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਲੰਘ ਗਈਆਂ 15-20 ਸਾਲ ਦੇ ਵਿੱਚ ਜਿਹੜਾ ਪੰਜਾਬ ਦਾ ਘਾਣ ਹੋਇਆ ਹੈਗਾ ਇਹ ਪ੍ਰਦੂਸ਼ਣ ਦੇ ਨਾਂ ਦੇ ਉੱਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ, ਇਹਦਾ ਬਕਾਇਦਾ ਤੌਰ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ। ਤੇ ਜਿਹੜੀਆਂ ਇਹਨਾਂ ਨੂੰ ਕਿਸੇ ਨੇ ਵੀ ਮਤਲਬ ਇਹਨਾਂ ਨੂੰ ਫੈਕਟਰੀਆਂ ਨੂੰ ਜਿਹੜੇ ਇਹ ਸਰਟੀਫਿਕੇਟ ਵਗੈਰਾ ਦਿੱਤੇ ਨੇ ਜਾਂ ਇਹ ਫੈਕਟਰੀਆਂ ਇੱਥੇ ਲੱਗੀਆਂ ਨੇ, ਉਹਦੀ ਬਕਾਇਦਾ ਤੌਰ ਤੇ ਜਿਹੜੀ ਜਾਂਚ ਹੋ ਕੇ ਜੇ ਇਹ ਮੈਂ ਤੁਹਾਨੂੰ ਇੱਕ ਤੁਹਾਡੇ ਚੈਨਲ ਰਾਹੀਂ ਅੱਜ ਕਹਿ ਦਿਆਂ ਕਿ ਜੇ ਬਾਬੂ ਰਾਮ ਜੀ ਦੀ ਜਿਹੜੀ ਆ ਉਹਦਾ ਤੁਸੀਂ ਪਿਛਲੇ 15-20 ਸਾਲਾਂ ਦਾ ਜਿਹੜਾ ਰਿਕਾਰਡ ਚੈੱਕ ਕਰ ਲਓ ਤੇ ਪੰਜਾਬ ਦਾ ਜਿਹੜਾ ਪ੍ਰਦੂਸ਼ਣ ਆ ਉਹਦੇ ਬਾਰੇ ਬਹੁਤ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਨਿਕਲ ਕੇ ਸਾਹਮਣੇ ਜਿਹੜੀਆਂ ਆ ਜਾਣਗੀਆਂ। ਸੋ ਇੱਕ ਗੱਲ ਮੈਂ ਹੋਰ ਆਮ ਸੌਰੀ ਤੁਹਾਨੂੰ ਟੋਕਣ ਲੱਗਿਆ, ਜੇ ਬਾਬੂ ਰਾਮ ਦੀ ਤੁਸੀਂ ਜਾਂਚ ਕਰਾਉਣੀ ਹੈ ਤਾਂ ਉਹਦੇ ਲਈ ਬੇਸਿਕ ਫਾਰਮੂਲਾ ਇਹ ਹੀ ਹੈ ਅੱਜ ਕੱਲ੍ਹ ਕਿ ਕਿਸੇ ਨਾ ਕਿਸੇ ਪਾਰਟੀ ਵੱਲੋਂ MLA ਜਾਂ ਇੱਦਾਂ ਦੀ ਚੋਣ ਲੜੇਗਾ ਤਾਂ ਉਸ ਤੋਂ ਬਾਅਦ ਜੇ ਵਿਰੋਧੀ ਹੈਗੇ ਸਰਕਾਰ 'ਚ ਆ ਜਾਂਦੇ ਆ ਉਹ ਤਾਂ ਜਾਂਚ ਕਰਾਉਣਗੇ। ਅਧਿਕਾਰੀ ਦਾ ਜਿੱਦਾਂ ਮੈਂ ਕਹਿਣਾ ਹੁੰਦਾ, ਜਿੱਥੇ ਅਸੀਂ ਬੈਠੇ ਹਾਂ ਚੰਡੀਗੜ੍ਹ ਦੇ ਆਲੇ ਦੁਆਲੇ ਇਹ ਸੋਨੇ ਦੀਆਂ ਖਾਣਾਂ ਤੇ ਇੱਥੇ ਬਹੁਤ ਸਾਰੇ ਸਾਬਕਾ ਅਧਿਕਾਰੀਆਂ ਦੇ ਕਬਜ਼ੇ ਹੈ। ਕਦੇ ਨਾਂ ਸੁਣਿਆ ਸੰਦੀਪ ਕਿਸੇ ਅਧਿਕਾਰੀ ਦਾ ਉਹਦੇ 'ਚ ਜ਼ਿਕਰ ਆਇਆ ਹੋਵੇ? ਸਿਰਫ ਜਿਹੜਾ ਹੈਗਾ ਇੱਕ ਮੰਤਰੀ ਜਾਂ ਸੰਤਰੀ ਉਹਨਾਂ ਦੇ ਗਲ ਫੜ ਕੇ ਜਾਂ ਉਹਨਾਂ ਦੇ ਕਾਰਵਾਈਆਂ ਕਰਕੇ ਵਾਹ ਖੱਟ ਕੇ ਅਗਲੀਆਂ ਵੋਟਾਂ ਲੈਂਦੇ ਰਹਿੰਦੇ। ਸੋ ਸੰਦੀਪ ਮੈਨੂੰ ਲੱਗਦਾ ਨਹੀਂ ਜਿਸ ਅਧਿਕਾਰੀ ਦਾ ਤੁਸੀਂ ਨਾਂ ਲੈ ਰਹੇ ਹੋ ਕਾਰਵਾਈ ਹੋਏਗੀ, ਪਰ ਕੀ ਲੋਕਾਂ ਵੱਲੋਂ ਇਹ ਮੰਗ ਉੱਠ ਰਹੀ ਹੈ ਕਿ ਜਿਹੜੇ ਅਧਿਕਾਰੀ ਜ਼ਿੰਮੇਵਾਰ ਹੈ
ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਪਹਿਲੇ ਦਿਨ ਤੋਂ ਲੈ ਕੇ ਇਹ ਮੰਗ ਉੱਠ ਰਹੀ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਦਾ ਜੇ ਸਹੀ ਰੋਲ ਅਦਾ ਕੀਤਾ ਹੁੰਦਾ ਤਾਂ ਲੋਕਾਂ ਨੂੰ ਇਹੋ ਜਿਹੀਆਂ ਸਮੱਸਿਆਵਾਂ ਨਾ ਜਿਹੜੀਆਂ ਝੱਲਣੀਆਂ ਪੈਂਦੀਆਂ। ਫਿਰ ਮੈਂ ਦੂਜੀ ਗੱਲ ਤੇ ਆ ਜਾਵਾਂ ਕਿ ਜਿਹੜੇ ਸਾਡੇ ਇੱਥੇ ਮੈਨੂੰ ਲੱਗਦਾ ਚੱਲਦੇ ਮੋਰਚੇ ਦੇ ਦੌਰਾਨ ਹੀ 7 ਜਾਂ 8 ਮੌਤਾਂ ਜਿਹੜੀਆਂ ਇਹੋ ਜਿਹੇ ਰੋਗਾਂ ਨਾਲ ਹੋਈਆਂ ਨੇ, ਜਿਹੜੇ ਇਹ ਪੋਲਿਊਟ ਪਾਣੀ ਕਰਕੇ ਰੋਗ ਲੋਕਾਂ ਨੂੰ ਲੱਗੇ ਨੇ, ਚਾਹੇ ਉਹ ਕੈਂਸਰ ਹੋਵੇ, ਚਾਹੇ ਉਹ ਕਾਲਾ ਪੀਲੀਆ ਹੋਵੇ, ਚਾਹੇ ਇਹਦੇ ਨਾਲ ਹੋਰ ਰਿਲੇਟਡ ਜਿਹੜੇ ਰੋਗ ਹੋਣ। ਜਿਹੜੇ 2 ਮੁੰਡੇ ਸੀਗੇ ਜਿਨ੍ਹਾਂ ਨੂੰ ਮਤਲਬ ਇੱਕ ਮੁੰਡੇ ਦੀਆਂ ਕਿਡਨੀਆਂ ਫੇਲ ਸੀਗੀਆਂ, ਇੱਕ ਸਾਡੇ ਪਿੰਡ ਰਟੌਰ ਹੋਈ ਤੋਂ ਸੀ, ਇੱਕ ਮਨਸੂਰ ਕਲਾਂ ਤੋਂ ਸੀ, ਜਿਹੜੇ 2 ਪ੍ਰਭਾਵਿਤ ਪਿੰਡ ਨੇ ਜਿਨ੍ਹਾਂ ਦੇ ਬਿਲਕੁਲ ਵਿਚਕਾਰ ਇਹ ਫੈਕਟਰੀ ਜਿਹੜੀ ਆ ਲੱਗੀ ਹੋਈ ਆ। ਉਹਨਾਂ ਨੇ ਆਪਦੇ ਮੂੰਹੋਂ ਵੀਡੀਓ ਦੇ ਵਿੱਚ ਬਕਾਇਦਾ ਰਿਪੋਰਟ ਪਈ ਆ ਵੀ ਸਾਨੂੰ ਫੈਕਟਰੀ ਕਰਕੇ ਜਿਹੜੇ ਨੇ, ਪਰ ਨਾ ਤਾਂ ਕਿਸੇ ਫੈਕਟਰੀ ਦੇ ਮਤਲਬ ਅਧਿਕਾਰੀ ਤੇ ਨਾ ਮਾਲਕ ਤੇ ਨਾ ਉੱਤੇ ਕਿਸੇ ਐਮਡੀ ਦੇ ਉੱਤੇ ਕੋਈ ਪਰਚਾ ਦਰਜ ਨਹੀਂ ਹੁੰਦਾ। ਜਦੋਂ ਬਕਾਇਦਾ ਉੱਥੇ ਪੁਲਿਸ ਜਿਹੜੀ ਮੌਜੂਦ ਹੁੰਦੀ ਆ, ਜਦੋਂ ਐਡੇ ਵੱਡੇ ਪੱਧਰ ਦੇ ਉੱਤੇ ਰੌਲਾ ਪੈ ਜਾਂਦਾ ਦਸੰਬਰ ਜਨਵਰੀ ਦੇ ਵਿੱਚ ਕਿ ਫੈਕਟਰੀ ਦੇ ਵਿੱਚ ਜਿਹੜਾ ਵੀ ਬਹੁਤ ਜਿਹੜਾ ਗਲਤ ਕੰਮ ਹੋਏ ਨੇ ਤੇ ਉਹਦੀਆਂ ਮੋਟਰਾਂ ਵਗੈਰਾ ਜਿਹੜੀਆਂ ਸਾਹਮਣੇ ਲਾਉਂਦਿਆਂ ਦੀਆਂ ਵੀਡੀਓ ਆ ਜਾਂਦੀਆਂ, ਉਹਦੇ ਉੱਤੇ ਕੋਈ ਪਰਚਾ ਦਰਜ ਨਹੀਂ ਹੁੰਦਾਗਾ। ਪਰ ਜਿਹੜੇ ਲੋਕੀ ਸੰਘਰਸ਼ ਕਰ ਰਹੇ ਸੀ ਉਹਨਾਂ ਦੇ ਉੱਤੇ ਕੋਈ 100-125 ਦੇ ਲਗਭਗ FIR ਦਰਜ ਜਿਹੜੀਆਂ ਉਹ ਕੀਤੀਆਂ ਗਈਆਂ ਨੇ, ਤੇ ਕਈ ਤਾਂ ਸਾਡੇ ਸਾਥੀ 3-4 ਇਹੋ ਜਿਹੇ ਨੇ ਵੀ ਜਿਨ੍ਹਾਂ ਦੇ ਉੱਤੇ 3-3 4-4 ਜਿਹੜੇ ਪਰਚੇ ਉਹ ਦਰਜ ਨੇ ਤੇ ਉਹਦੇ ਵਿੱਚ ਵੱਡਾ ਸੌਰੀ ਤੁਹਾਨੂੰ ਫੇਰ ਟੋਕਣ ਲੱਗਾ, ਵੱਡਾ ਸਵਾਲ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਦਰਸ਼ਕਾਂ ਦੇ ਲਈ ਇਹ ਸਵਾਲ ਲੈ ਰਿਹਾ ਜੇ 100-125 ਲੋਕਾਂ ਦੇ ਖਿਲਾਫ FIR ਦਰਜ ਕੀਤੀਆਂ ਗਈਆਂ, ਕੇਸ ਦਰਜ ਕੀਤੇ ਗਏ, ਕਿ ਉਹ ਕੇਸ ਹੁਣ ਵਾਪਸ ਲੈ ਲਏ ਗਏ ਜਾਂ ਉਸੇ ਤਰ੍ਹਾਂ ਭੁਗਤ ਰਹੇ ਆ ਲੋਕ? ਨਹੀਂ ਸਰ, ਉਹ ਇਹੀ ਸਾਡੀਆਂ ਮੇਨ ਮੰਗਾਂ ਨੇ ਕਿ ਇੱਕ ਤਾਂ ਫੈਕਟਰੀ ਦਾ ਜਿਹੜਾ ਲਿਖਤੀ ਕੋਈ ਉਹ ਦਿੱਤਾ ਜਾਵੇ ਸਬੂਤ ਕਿ ਵਾਕਈ ਇਹ ਫੈਕਟਰੀ ਜਿਹੜੀ ਬੰਦ ਹੋ ਗਈ ਆ, ਤੇ 2 ਨੰਬਰ ਦੇ ਉੱਤੇ ਸਾਡੀ ਇਹ ਮੇਨ ਮੰਗ ਆ ਕਿ ਜਿਹੜੇ ਲੋਕਾਂ ਦੇ ਉੱਤੇ ਜਿਹੜੀਆਂ ਝੂਠੀਆਂ FIR ਦਰਜ ਕੀਤੀਆਂ ਗਈਆਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਤੇ ਜਿਹੜਾ ਤੀਜਾ ਕੁਝ ਇਹ ਸੁਣਨ ਦੇ ਵਿੱਚ ਆਇਆ ਸੀਗਾ ਕਿ ਜਿਹੜਾ ਲੋਕਾਂ ਦੀਆਂ ਜਿਹੜੀਆਂ ਜਾਇਦਾਦਾਂ ਸੀਗੀਆਂ ਉਹ ਹਾਈ ਕੋਰਟ ਦੇ ਵਿੱਚ ਅਟੈਚ ਕਰ ਦਿੱਤੀਆਂ ਗਈਆਂ ਸੀਗੀਆਂ, ਜੇ ਉਹ ਕੀਤੀਆਂ ਨੇ ਤਾਂ ਵੀ ਉਹ ਜਨਤਕ ਕੀਤੀਆਂ ਜਾਣ, ਜੇ ਨਹੀਂ ਕੀਤੀਆਂ ਗਈਆਂ ਤਾਂ ਵੀ ਉਹ ਜਨਤਕ ਕੀਤੀਆਂ ਜਾਣ, ਜੇ ਕੀਤੀਆਂ ਨੇ ਤਾਂ ਉਹਨਾਂ ਨੂੰ ਵੀ ਹਟਾਇਆ ਜਾਵੇ। ਇਹ ਜਿਹੜੀਆਂ ਮੰਗਾਂ ਨੇ ਜਿਹੜੀਆਂ ਪ੍ਰਭਾਵਿਤ ਸੀ, ਕਿਉਂਕਿ ਇਹ ਹੁਣ ਤਾਂ ਮਤਲਬ ਸਾਰਾ ਸਰਕਾਰ ਕੋਲੇ ਸਬੂਤ ਵੀ ਆ ਗਿਆ। ਸਰਕਾਰ ਵੱਲੋਂ ਬਣਾਈਆਂ ਜਿਹੜੀਆਂ ਕਮੇਟੀਆਂ ਸੀਗੀਆਂ ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਵਾਕਈ ਪਾਣੀ ਜਿਹੜਾ ਇਹ ਖਰਾਬ ਹੈਗਾ, ਇਹਦੇ ਵਿੱਚ ਬਿਮਾਰੀਆਂ ਲੱਗਣ ਵਾਲੇ ਜਿਹੜੇ ਕੈਮੀਕਲ ਉਹ ਪਾਏ ਗਏ ਨੇ। ਸੋ ਹੁਣ ਪਤਾ ਨਹੀਂ ਸਰਕਾਰ ਇਸ ਦੇ ਬਾਵਜੂਦ ਵੀ ਸਰਕਾਰ ਨੂੰ ਕੀ ਚਾਹੀਦਾ। ਬਿਲਕੁਲ ਅਧਿਕਾਰੀਆਂ ਦੇ ਉੱਤੇ, ਮਾਲਕਾਂ ਦੇ ਉੱਤੇ, MD ਦੇ ਉੱਤੇ ਜਿਹੜਾ ਵੀ ਕਸੂਰਵਾਰ ਇਸ ਕੰਮ ਵਾਸਤੇ ਹੈਗਾ, ਕਿਉਂਕਿ ਪਿਛਲੇ 16 ਸਾਲਾਂ ਤੋਂ ਇਲਾਕੇ ਦਾ ਜਿਹੜਾ ਘਾਣ ਕੀਤਾ ਇਹਨਾਂ ਲੋਕਾਂ ਨੇ, ਤੇ ਉਹਨਾਂ ਦੇ ਉੱਤੇ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ। ਤੇ ਜਿਹੜੇ ਲੋਕੀ ਬਿਮਾਰ ਹੋਏ ਨੇ ਜਾਂ ਜਿਹੜੇ ਕੋਈ ਪਸ਼ੂ ਜਾਂ ਪਿਛਲੇ ਸਮੇਂ ਦੇ ਵਿੱਚ ਪਰਿਵਾਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਵੀ ਜਿਹੜਾ ਮਿਲਣਾ ਚਾਹੀਦਾ ਜੀ। ਕਰਨਗੇ ਇੱਕ ਸੰਖੇਪ ਸਵਾਲ ਮੈਂ ਤੁਹਾਡੇ ਕੋਲੋਂ ਵੀ, ਜੋ ਸੰਦੀਪ ਹੁਣੀ ਕਹਿ ਰਿਹਾ ਗੱਲ ਕਿ ਜਿਸ ਤਰੀਕੇ ਨਾਲ ਲੋਕਾਂ ਦੇ ਉੱਤੇ ਵੱਡੀ ਪੱਧਰ ਤੇ ਨੁਕਸਾਨ ਹੋਇਆ, ਫਸਲਾਂ ਤੁਸੀਂ ਆਪ ਵੀ ਮੋਰਚੇ ਤੇ ਜਾ ਕੇ ਆਏ ਹੋ, ਡੰਗਰਾਂ ਦਾ ਮਨੁੱਖੀ ਨੁਕਸਾਨ ਜਿਹੜਾ ਹੋਇਆ, ਉਹਦੇ ਮੁਆਵਜ਼ੇ ਦੇ ਸਵਾਲ ਤਾਂ ਹੁੰਦਾ ਹੀ ਹੁੰਦਾ। ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਸਰਕਾਰ ਅਕਸਰ ਇਹਦੇ ਤੇ ਕੋਈ ਫੈਸਲਾ ਲਏਗੀ ਕਿ ਨਹੀਂ ਲਏਗੀ? ਦੂਜੀ ਗੱਲ ਜਿਹੜਾ ਅਹਿਮ ਸਵਾਲ ਇਹ ਵੀ ਹੈ ਕਰਨਗੇ ਕਿ ਕਿਉਂ ਇਸ ਤਰ੍ਹਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ, ਗੱਲ ਇਹ ਸਰਕਾਰ ਦੀ ਨਹੀਂ ਪਹਿਲੀਆਂ ਸਰਕਾਰਾਂ ਵੀ ਹੈ, ਕਿਉਂ ਭੋਲੇ ਭਾਲੇ ਲੋਕਾਂ ਨੂੰ ਇਸ ਤਰ੍ਹਾਂ ਗਮਰਾਹ ਕਰਦੀਆਂ ਰਹਿੰਦੀਆਂ ਤੇ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੀਆਂ, ਤੇ ਫਿਰ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਘਰੇ ਜਾ ਕੇ ਚੈੱਕ ਦਿੰਦੀਆਂ ਤੇ ਉਹਦੇ ਤੇ ਵੀ ਵਾਹ ਲੈਂਦੀਆਂ। ਕਰਨਗਿਲ ਕਿਵੇਂ ਦੇਖਦੇ ਹੋ? ਇਹ ਪਹਿਲਾ ਸਵਾਲ ਜਿਹੜਾ ਸੰਦੀਪ ਜੀ ਨੇ ਕੀਤਾ, ਮੈਂ ਇਹ ਕਹਿੰਦੇ ਨਾ ਫਾਸਟ ਫਾਰਵਰਡ ਹੋਣਾ ਚਾਹੀਦਾ, ਇਹ ਸਰਕਾਰ ਨੂੰ ਫਾਸਟ ਬੈਕਵਰਡ ਜਾਣਾ ਚਾਹੀਦਾ ਵੀ ਇਹ ਲੋਕਾਂ ਨੇ ਸੰਘਰਸ਼ ਕੀਤਾ ਕਿਉਂ? ਇਹ ਪਾਣੀ ਕਰਕੇ, ਇਹ ਪਾਣੀ ਖਰਾਬ ਸੀ, ਲੋਕਾਂ ਇਹਨਾਂ ਦੀਆਂ ਮੌਤਾਂ ਹੋਈਆਂ, ਅਸੀਂ ਇਹਨਾਂ ਨੇ ਸੰਘਰਸ਼ ਕੀਤਾ, ਅਸੀਂ ਇਹਨਾਂ ਨੂੰ ਫੜਿਆ, ਇਹਨਾਂ ਤੇ ਧਾਰਾਂ ਲਾਈਆਂ, ਇਹਨਾਂ ਦੀਆਂ ਪੈਲੀਆਂ ਨੂੰ ਕੁਰਕੀ ਕਰਨ ਲਈ ਉਹਨਾਂ ਦੇ ਨੰਬਰ ਲਏ। ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਆਦਮੀ ਦੇ ਉੱਤੇ, ਜਿਹੜੀ ਆਮ ਆਦਮੀ ਪਾਰਟੀ ਦਾ ਨਾਂ ਹੈ, ਉਹਨਾਂ ਨੂੰ ਮੱਲਮ ਲਾਉਣ ਲਈ ਇਹ ਸਾਰੀਆਂ ਇਹਨਾਂ ਨੂੰ ਐਜੀਟੇਸ਼ਨ ਕਰਨ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ। ਇਹ ਸੂਓ ਮੋਟੋ CM ਸਾਹਿਬ ਦਾ ਬਿਆਨ ਹੋਣਾ ਚਾਹੀਦਾ, ਆਪਣੇ ਆਪ ਆਪਣੇ ਦਿਲ ਤੋਂ, ਜਿਵੇਂ ਕਹਿੰਦੇ ਦਿਲ ਤੋਂ ਗੱਲਾਂ ਕਰਦਾ ਮੈਂ, ਬਈ ਇਹ ਸਾਰੇ ਮੈਂ ਮੁਕੱਦਮੇ ਵਾਪਸ ਲੈਣਾ, ਇੰਨਾ ਮੁਆਵਜ਼ਾ ਜਿਹੜੇ ਬੰਦੇ ਸ਼ਹੀਦ ਹੋਏ ਆ ਇਹ ਸ਼ਹੀਦ ਗਿਣੇ ਜਾਣ, ਕਿਉਂਕਿ ਇਹਨਾਂ ਨੂੰ ਵਾਤਾਵਰਣ ਦੇ ਸ਼ਹੀਦ ਨੇ ਇਹ ਜਿਹੜੀਆਂ ਇਹ ਅਸੀਂ ਕੁਤਾਈਆਂ ਕੀਤੀਆਂ, ਜਿਹੜੇ ਵਾਤਾਵਰਣ ਦੇ ਸ਼ਹੀਦ ਅਜੇ ਕੈਂਸਰ ਨਾਲ ਲੱਖਾਂ ਲੋਕ ਹੋ ਰਹੇ ਆ ਉਹ ਅਲੱਗ ਹੈ, ਆਪਾਂ ਹਜ਼ਾਰਾਂ ਦੀ ਗਿਣਤੀ 'ਚ ਨਾ ਕਿਹਾ ਕਰੀਏ। ਇਹ 2 ਕਰੋੜ ਪਾਣੀ ਇੰਦਰਾ ਗਾਂਧੀ ਕਨਾਲ ਦੇ ਥਰੂ ਰਾਜਸਥਾਨ ਪੀ ਰਿਹਾ, ਸਦਰਨ ਪੰਜਾਬ ਪੀ ਰਿਹਾ, ਕਰੋੜਾਂ ਲੋਕ ਪ੍ਰਭਾਵਿਤ ਨੇ। ਤੇ ਇਹ ਜਿਹੜੀ ਤੁਸੀਂ ਦੂਸਰੀ ਗੱਲ ਆਖੀ ਹੈ ਕਿ ਸਰਕਾਰਾਂ
ਮੁਆਵਜ਼ੇ ਦਿੰਦੀਆਂ ਸਰਕਾਰਾਂ ਜਾਂਦੀਆਂ, ਇਹ ਕੀ ਕਰਦੇ ਆ, ਪਹਿਲਾਂ ਐਜੀਟੇਸ਼ਨ ਹੁੰਦੀ ਆ ਜਗਤਾਰ ਜੀ, ਫਿਰ ਉਹਦੇ ਵਿੱਚ ਲਾਠੀਚਾਰਜ ਹੁੰਦਾ, ਫਿਰ ਉਹ ਮੁਕੱਦਮੇ ਚੱਲਦੇ ਆ, ਫਿਰ ਮੁਕੱਦਮੇ ਵਾਪਸ ਲੈਣ ਤੇ ਬੰਦਿਆਂ ਨੂੰ ਛੁਡਾਉਣ ਦੀ ਮੰਗ ਪਹਿਲੇ ਨੰਬਰ ਤੇ ਆ ਜਾਂਦੀ ਹੈ, ਜਿਹੜਾ ਮੇਨ ਮੁੱਦਾ ਪਿੱਛੇ ਚੱਲ ਜਾਂਦਾ। ਬਿਲਕੁਲ ਇਹ ਠੀਕ। ਸਰਕਾਰਾਂ ਦਾ ਤਰੀਕਾ ਹੁੰਦਾ। ਤੋ ਆਪਾਂ ਇਹ ਬੜਾ, ਮੈਂ ਇਹਨਾਂ ਦੀ ਮੁਬਾਰਕਬਾਦ ਦੇਵਾਂਗਾ ਕਿ ਇਹ ਲਗਾਤਾਰ ਇਹ 40 ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਹੈ, ਬਾਰ-ਬਾਰ ਇਹਨਾਂ ਨੂੰ ਲੋਕ ਦੂਸਰੇ ਸਪੋਰਟ ਦਿੰਦੇ ਰਹੇ। ਇਹ ਪਹਿਲਾ ਬਿਲਕੁਲ ਵੱਡਾ ਇਹਨਾਂ ਨੇ ਸੰਘਰਸ਼। ਬੜੀ ਤਗੜੀ ਜਦੋਜਹਿਦ, ਜੀ ਜੀ, ਬਹੁਤ ਵੱਡਾ ਮੋਰਚਾ ਕੀਤਾ। ਮੇਰਾ Thank you ਜਿਹੜਾ very much. ਸਵਾਲ ਹੈ, ਜਿਹੜਾ ਜਵਾਬ ਹੈ ਤੁਹਾਡਾ, ਕਿ ਜੀ। ਸਰਕਾਰਾਂ ਇਹ ਕਿਉਂ ਕਰਦੀਆਂ? ਸਰਕਾਰਾਂ ਚਾਹੁੰਦੀਆਂ ਹੋਈਆਂ ਵੀ, ਉਹਨਾਂ ਨੂੰ ਸਭ ਪਤਾ ਹੁੰਦਾ ਵੀ ਸਾਡੀਆਂ ਗਲਤੀਆਂ, ਲੇਕਿਨ ਆਪਣੀਆਂ ਗਲਤੀਆਂ ਤੇ ਪਰਦੇ ਪਾਉਣ ਲਈ, ਕਿਉਂਕਿ ਉਹਨਾਂ ਦੇ ਨਿੱਜੀ ਮੁਫਾਦ ਨੇ, ਜਿਵੇਂ ਡਾਕਟਰ ਬੂਟਾ ਸਿੰਘ ਜੀ ਨੇ ਕਿਹਾ ਵੀ ਕਾਰਪੋਰੇਟ ਨਾਲ ਹੱਥ ਮਿਲਾਇਆ ਹੋਇਆ, ਉੱਤੇ ਕੱਪੜਾ ਪਾਇਆ ਹੋਇਆ। ਤੋ ਜਦੋਂ ਤੱਕ ਇਹ ਹੱਥ ਨਹੀਂ ਛੁੱਟਦਾ, ਇਹ ਆਮ ਆਦਮੀ, ਆਮ ਕਿਸਾਨ, ਆਮ ਦੁਕਾਨਦਾਰ, ਆਮ ਮਜ਼ਦੂਰ ਨਾਲ ਨਹੀਂ ਜੁੜਦਾ ਹੱਥ, ਤੇ ਖੁੱਲੇ ਤੌਰ ਤੇ ਜੋੜੇ, ਤਾਂ ਸਰਕਾਰ ਫਾਇਦੇ 'ਚ ਰਹੇਗੀ, ਨਹੀਂ ਤਾਂ ਇਹਨਾਂ ਦਾ ਨੁਕਸਾਨ ਹੀ ਨੁਕਸਾਨ। ਬਿਲਕੁਲ, ਥੈਂਕ ਯੂ ਵੈਰੀ ਮਚ ਕਰਨ ਗਿੱਲ, ਤੁਸੀਂ ਬਹੁਤ ਇੰਪੋਰਟੈਂਟ ਕਮੈਂਟ ਕਰ ਰਹੇ ਹੋ ਇਸੇ ਮੁੱਦੇ ਤੇ। ਮਹਿਮਾ ਸਾਹਿਬ, ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਹਾਂ, ਜਿੱਦਾਂ ਕਰਨ ਗਿੱਲ ਉਹਨਾਂ ਨੇ ਕਿਹਾ ਜਦੋਂ ਸਰਕਾਰਾਂ ਨਹੀਂ ਸੁਣਦੀਆਂ ਤਾਂ ਫਿਰ ਨੁਕਸਾਨ ਵੀ ਉਠਾਉਂਦੀਆਂ ਹੈ। ਇੱਕ ਸਵਾਲ ਜਿਹੜਾ ਹੈਗਾ ਸਿੱਧੇ ਤੌਰ ਤੇ ਚਾਹੇ ਵਾਤਾਵਰਨ ਨਾਲ ਨਹੀਂ, ਪਰ ਕਿਸਾਨੀ ਨਾਲ ਜੁੜਿਆ ਹੋਇਆ ਸਵਾਲ ਹੈ। ਜਿਸ ਕਦਰ ਜਿਹੜਾ ਹੈਗਾ ਜ਼ੀਰਾ ਦੇ ਕਿਸਾਨ ਅੰਦੋਲਨ ਕਰ ਰਹੇ, ਇੱਦਾਂ ਹੀ ਸਮੁੱਚੇ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਜੋ ਪਿਛਲੇ ਦਿਨਾਂ 'ਚ ਕੁਦਰਤੀ ਆਫਤ ਕਰਕੇ ਫਸਲਾਂ ਦਾ ਨੁਕਸਾਨ ਹੋਇਆ, ਉਸ ਨੂੰ ਮਹਿਮਾ ਜੀ ਕਿਵੇਂ ਦੇਖਦੇ ਹੋ ਕਿ ਉਹਦੇ ਲਈ ਵੀ ਅੰਦੋਲਨ ਕਰਨੇ ਪੈਣਗੇ ਜਾਂ ਸਰਕਾਰ 'ਚ ਸੁਣਵਾਈ ਹੋਏਗੀ ਕਿਧਰੇ, ਕਿਉਂਕਿ ਬਹੁਤ ਵੱਡਾ ਨੁਕਸਾਨ ਦੇਖਿਆ ਜਾ ਰਿਹਾ ਹੈ? ਦੇਖੋ ਜੀ, ਸਰਕਾਰ ਬਣਨ ਤੋਂ ਪਹਿਲਾਂ ਵੀ ਇਹਨਾਂ ਦੇ ਬਿਆਨ ਹੋਰ ਸੀ, ਜਿਹੜੇ ਦਿੰਦੇ ਸੀ ਕਿ ਜਦੋਂ ਫਸਲ ਜੇ ਮਾਰੀ ਗਈ ਤੇ ਅਸੀਂ 20,000 ਰੁਪਈਆ ਸਿੱਧਾ ਕਿਸਾਨ ਦੇ ਖਾਤੇ 'ਚ ਦਿਆਂਗੇ। ਜਾਨੀ ਜਿਹੜੇ ਦਾਅਵੇ ਵਾਅਦੇ ਕੀਤੇ ਸੀ ਪਹਿਲਾਂ, ਉਹ ਲੋਕਾਂ ਨੂੰ ਠੱਗਿਆ ਸਿੱਧਾ ਹੀ। ਹੁਣ ਜਦੋਂ ਹਕੀਕਤ 'ਚ ਬਣੀ ਹੈ, ਮੌਸਮ ਖਰਾਬ ਹੋਇਆ, ਗੜੇਮਾਰੀ ਹੋਈ ਹੈ, ਫਸਲ ਮਾਰੀ ਗਈ, ਤਾਂ ਪੰਜਾਬ ਦੇ ਵਿੱਚ ਕਿਤੇ ਵੀ ਜਿਹੜਾ ਪਟਵਾਰੀਆਂ ਨੂੰ ਗਰਦੌਰੀ ਕਰਨ ਨਹੀਂ ਜਾਣ ਦਿੱਤਾ ਗਿਆ। ਸਿਰਫ ਐਲਾਨ ਨੇ, ਭਗਵੰਤ ਮਾਨ ਜੀ ਉੱਥੋਂ ਦਿੰਦੇ ਨੇ, ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਕਰਦੇ ਨੇ, ਐਲਾਨ ਕਰਦੇ ਨੇ, ਥੱਲੇ ਜ਼ਮੀਨੀ ਹਕੀਕਤ ਕਿਤੇ ਵੀ ਗਰਦੌਰੀ ਨਹੀਂ ਕਰਨ ਦਿੱਤਾ ਜਾ ਰਿਹਾ। ਜੇ ਜਾਂਦੇ ਵੀ ਨੇ ਕਿਤੇ ਟਾਵੇਂ ਟੱਲੇ ਪਟਵਾਰੀ ਗਰਦੌਰੀ ਕਰਨ, ਤਾਂ 100% ਫਸਲ ਮਾਰੀ ਗਈ ਗੜੇਮਾਰੀ ਨਾਲ, ਬਿਲਕੁਲ ਤਬਾਹ ਹੋ ਗਈ, ਕਣਕ ਤੇ ਕੱਖ ਵੀ ਪੱਲੇ ਨਹੀਂ, ਤੂੜੀ ਵੀ ਨਹੀਂ ਹੈਗੀ। ਤਾਂ ਉਹਨੂੰ ਵੀ ਜਿਹੜਾ ਲਿਖ ਕੇ ਨਹੀਂ ਲਿਆਉਂਦੇ ਪੂਰਾ, ਉਹਨੂੰ ਵੀ ਜਿਹੜਾ ਉੱਤੋਂ ਹਦਾਇਤਾਂ ਨੇ ਕਿ ਤੁਸੀਂ 40% ਤੋਂ ਘੱਟ ਲਿਖ ਕੇ ਲਿਆਉਣਾ ਹੈ। ਬਠਿੰਡੇ ਏਰੀਏ 'ਚ, ਫਰੀਦਕੋਟ ਏਰੀਏ 'ਚ, ਇੱਧਰ ਹਬੋਰ ਏਰੀਏ 'ਚ ਫਸਲ ਬਹੁਤ ਬੁਰੀ ਤਰ੍ਹਾਂ ਮਾਰੀ ਗਈ ਹੈ। ਉੱਥੇ ਥੋੜੀ ਮਜਬੂਰੀ ਬਣੀ ਜਾਣਾ, ਉੱਥੇ ਲਿਖ ਕੇ ਨਹੀਂ ਲੈ ਕੇ ਆਏ। ਦੂਜਾ, ਜਿਹੜਾ ਸਾਰੇ ਪੰਜਾਬ 'ਚ ਹੀ ਲਗਭਗ ਜੇ ਕਹਿਣਾ ਹੋਵੇ 40 ਤੋਂ 50% ਤਾਂ ਹਰ ਕਿਸਾਨ ਦੀ ਫਸਲ ਖਰਾਬ ਹੋਈ ਹੈ, ਦਾਣਾ ਡਿਸਕਲਰ ਹੋਣਾ ਹੈ। ਉਹਦੇ 'ਚ ਵੀ ਕਿਤੇ ਵੀ ਪੰਜਾਬ 'ਚ ਪਟਵਾਰੀਆਂ ਨੇ ਗਰਦੌਰੀਆਂ ਕਰਨ ਨਹੀਂ ਭੇਜਿਆ ਜਾ ਰਿਹਾ। ਭਗਵੰਤ ਮਾਨ ਜੀ ਉੱਥੋਂ ਬਿਆਨ ਦਿੰਦੇ ਨੇ, ਪ੍ਰੈਸ ਕਾਨਫਰੰਸ ਕਰਦੇ ਨੇ ਕਿ ਵਿਧਾਇਕ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਜਾਣ, ਵਿਧਾਇਕ ਜਿਹੜੇ ਉਹ ਪਿੰਡਾਂ ਦੇ ਵਿੱਚ ਪਹਿਲਾਂ ਵੀ ਜਾਂਦੇ ਨੇ, ਫਿਰਦੇ ਵੀ ਨੇ, ਆਪਦੇ ਦਫ਼ਤਰਾਂ 'ਚ ਵੀ ਬੈਠਦੇ ਨੇ, ਪਰ ਜਿਹੜੇ ਵਿਧਾਇਕਾਂ ਨੇ ਕੋਈ ਸਰਕਾਰੀ ਜਿਹੜੀ ਹੈਗੀ ਹੈ ਕਾਗਜ਼ੀ ਪੱਤਰੀ ਕਾਰਵਾਈ ਨਹੀਂ ਕਰਨੀ। ਕਾਰਵਾਈ ਤਾਂ ਜਿਹੜੀ ਉਹ ਕਰਨੀ ਹੈ ਪਟਵਾਰੀਆਂ ਨੇ ਕਰਨੀ ਹੈ, ਉਹ ਬਾਇਓਡਾਟਾ ਲਿਜਾਣਾ ਹੈ ਬਣਾ ਕੇ, ਉਹਦੇ ਉੱਤੇ ਮੁਆਵਜ਼ਾ ਮਿਲਣਾ ਕਿਸਾਨਾਂ ਨੂੰ ਜੀ। ਤਾਂ ਸਾਨੂੰ ਇਹ ਲੱਗਦਾ ਵੀ ਇਹ ਸਰਕਾਰ ਮੁਆਵਜ਼ਾ ਤਾਂ ਬਾਅਦ ਦੇਣਾ ਸੀ, ਜਿਹੜੀ ਪਹਿਲਾਂ ਗਰਦੌਰੀ ਕਰਕੇ ਕੋਈ ਬਣਾਉਣਾ ਸੀ ਉਹਦੇ ਤੋਂ ਹੀ ਭੱਜ ਰਹੀ ਏ। ਇਹਦੇ ਤੇ ਅੱਜ ਵੀ ਅਸੀਂ ਮੰਗ ਪੱਤਰ ਦਿੱਤਾ ਹੈ, ਅੱਜ ਜਥੇਬੰਦੀਆਂ ਨੇ ਲਾਹੌਰ ਵੀ ਦਿੱਤੇ ਨੇ ਮੰਗ ਪੱਤਰ। ਲੋਕਾਂ 'ਚ ਬਹੁਤ ਨਿਰਾਸ਼ਾ ਹੈ। ਤਾਂ ਜੇ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਤਾਂ ਇਹਦਾ ਵੀ ਜਿਹੜਾ ਸਿੱਟਾ ਸਰਕਾਰ ਨੂੰ ਭੁਗਤਣਾ ਪਊਗਾ। ਬੀਜੇਪੀ ਦੀ ਤਰ੍ਹਾਂ ਹੋ ਸਕਦਾ ਵੀ ਅੰਦੋਲਨ ਦੇ ਵੇਲੇ ਜਿਵੇਂ ਬੀਜੇਪੀ ਨੂੰ ਬਾਹਰ ਨਿਕਲੋ ਬੰਦ ਕਰਤਾ ਕਿਸਾਨਾਂ ਨੇ ਜੀ, ਵੀ ਜਿੱਥੇ ਕਿ ਆਉਣਗੇ ਘੇਰਾਂਗੇ, ਫਿਰ ਇਹ ਜੇ ਨਹੀਂ ਮੁਆਵਜ਼ਾ ਦਿੰਦੇ, ਜੇ ਨਹੀਂ ਗਰਦੌਰੀ ਕਰਦੇ ਤਾਂ ਇਹਨਾਂ ਦਾ ਹਾਲ ਕੀ ਹੋਊਗਾ। ਮਿਹਰਬਾਨੀ, ਤੁਹਾਡਾ ਵੀ ਪਿੰਡ ਆ ਗਿਆ, ਬਹੁਤ ਮਿਹਰਬਾਨੀ। ਬਰਾਗੀ ਸਾਹਿਬ, ਇਸੇ ਮਾਮਲੇ ਤੇ ਆਖਰ ਕਿਉਂ ਕਿਸਾਨਾਂ ਨੂੰ ਇਹਨਾਂ ਮਾਮਲਿਆਂ ਤੇ ਲੈ ਕੇ ਅੰਦੋਲਨ, ਚਾਹੇ ਪਾਣੀ ਪ੍ਰਦੂਸ਼ਣ ਹੋਣ ਦੀ ਗੱਲ ਹੋਵੇ ਤੇ ਚਾਹੇ ਹੁਣ ਫਸਲਾਂ ਦਾ ਖਰਾਬਾ ਜਿਸ ਕਦਰ ਹੋਇਆ, ਉਹ ਵੀ ਤਾਂ ਸਿੱਧੇ ਤੌਰ ਤੇ ਜਾ ਕੇ ਵਾਤਾਵਰਨ ਨਾਲ ਕੁਦਰਤੀ ਕਰੋਪੀ ਹੈ ਜਿਹੜੀ ਜੁੜਦੀ ਹੈ, ਕਿਉਂ ਵੱਡੀ ਜਿਹੜੀ ਹੈਗੀ ਹੈ ਇਸ ਇਸ਼ੂ ਦੇ ਉੱਤੇ ਲੜਾਈ ਲੜਨੀ ਪੈ ਰਹੀ ਹੈ ਕਿਸਾਨਾਂ ਨੂੰ, ਪਿੰਡਾਂ ਦੇ ਲੋਕਾਂ ਨੂੰ? ਤੇ ਅੰਦੋਲਨ ਤੋਂ ਬਾਅਦ ਹੀ ਸਰਕਾਰ ਕਿਸੇ ਮਾਮਲੇ ਤੇ ਪਹੁੰਚਦੀ ਹੈ, ਉਹ ਵੀ ਨਿਰਭਰ ਕਰਦਾ ਕਿ ਲੋਕ ਕਿੰਨੀ ਕੁ ਆਵਾਜ਼ ਉਠਾਉਂਦੇ ਆ, ਪਹੁੰਚਦੀ ਆ ਜਾਂ ਨਹੀਂ ਵੀ ਪਹੁੰਚਦੀ। ਜੀ ਬਿਲਕੁਲ, ਪਹਿਲਾਂ ਵੀ ਕਿਸਾਨ ਠੱਗੇ ਮਹਿਸੂਸ ਕਰ ਰਹੇ ਆ। ਦਿੱਲੀ ਅੰਦੋਲਨ ਵਿੱਚ ਜਿਹੜੀ ਠੱਗੀ ਵੱਜੀ ਆ ਕਿਸਾਨਾਂ ਨਾਲ, ਉਹ ਅੱਜ ਸਾਰੇ ਹੀ ਮਹਿਸੂਸ ਕਰ ਰਹੇ ਆ ਵੀ ਜਿਹੜਾ ਮਿਨੀਮਮ ਗਰੰਟੀ ਦਾ ਗੱਲ ਸੀਗਾ। ਬਾਕੀ ਜਿੱਥੋਂ ਤੱਕ ਗੱਲ ਸਭ ਤੁਸੀਂ ਵੀ ਕਮੈਂਟ ਕੀਤਾ ਵੀ ਸਰਕਾਰਾਂ ਦਾ ਨੁਕਸਾਨ ਹੋ ਜਾਂਦਾ, ਮੈਂ ਮਹਿਸੂਸ ਕਰਦਾ ਜੀ ਸਰਕਾਰ ਕਿਉਂਕਿ ਇਹ ਸਰਕਾਰ ਨੂੰ ਬੜਾ ਕਰਨਲ ਗਿੱਲ ਸਾਹਿਬ ਬੈਠੇ ਨੇ, ਇਹਨਾਂ ਦਾ ਵੀ ਬੜਾ ਯੋਗਦਾਨ ਹੈ। ਇਹ ਸਰਕਾਰ ਨੂੰ ਬੜਾ ਇਸ ਚਾਅ ਦੇ ਨਾਲ ਲੈ ਕੇ ਆਂਦਾ ਸੀਗਾ ਇੱਕ ਅਲਟਰਨੇਟਿਵ ਦੇ ਰੂਪ ਵਿੱਚ। ਖੈਰ ਉਮੀਦਾਂ ਹੈ ਵੀ, ਹਜੇ 4 ਸਾਲ ਪਏ ਨੇ,
ਪਰ ਇਹ ਵੀ ਕਿਤੇ ਨਾ ਕਿਤੇ ਲੱਗਦਾ ਵੀ ਕਾਰਪੋਰੇਟ ਘਰਾਣਿਆਂ ਦੇ ਵਿੱਚ ਹੀ ਆ ਗਈ। ਅਲਟੀਮੇਟਲੀ ਜਿਹੜਾ ਗੋਲ ਹੈਗਾ, ਕਾਰਪੋਰੇਟ ਹਮੇਸ਼ਾ ਫਾਇਦੇ 'ਚ ਰਹਿੰਦਾ। ਸਰਕਾਰ ਕਾਂਗਰਸ ਦੀ ਨਾ ਆਊ, ਬੀਜੇਪੀ ਦੀ ਆ ਜੂਗੀ, ਮੈਂ ਹੀ ਉਹ ਚਿਹਰਾ ਹੋਊਂਗਾ, ਉੱਧਰ ਵੀ ਹੋਊਂਗਾ ਤੇ ਉੱਧਰ ਵੀ ਹੋਊਂਗਾ। ਉਹਨਾਂ ਨੂੰ ਹਮੇਸ਼ਾ ਪ੍ਰੋਫਿਟ ਹੀ ਰਹਿੰਦਾ ਕਾਰਪੋਰੇਟ ਘਰਾਣਿਆਂ ਨੂੰ, ਔਨ ਦਾ ਕਾਸਟ ਆਫ ਫਾਰਮਰ ਜਾਂ ਸਾਡੀਆਂ ਜ਼ਿੰਦਗੀਆਂ ਦੇ ਜਾਂ ਸਾਡੀ ਜੋ ਵੀ ਹੋ ਰਿਹਾ ਵਾ। ਤੇ ਬਾਕੀ ਮੈਂ ਤਾਂ ਇਹ ਵੀ ਮਹਿਸੂਸ ਕਰ ਰਿਹਾ ਵੀ ਤੁਸੀਂ ਵਧਾਈ ਦੇ ਪਾਤਰ ਹੋ, ਤੁਸੀਂ ਅੱਜ এনवायरमेंट ਨੂੰ ਡਿਸਕਸ ਕਰ ਰਹੇ ਹੋ। ਦੂਜੇ ਚੈਨਲ ਤਾਂ ਦਿਖਾਈ ਯੋਗਾ ਰਹੇ ਆ ਵੀ ਅੱਜ ਕੇਜਰੀਵਾਲ ਆ ਗਿਆ, ਉਹਨੇ ਯੋਗਾ ਸ਼ੁਰੂ ਕਰਵਾਤਾ, ਇੱਥੇ ਕਰਤਾ, ਤੇ ਸਮਝ ਨਹੀਂ ਲੱਗਦੀ ਵੀ ਇਹ ਕਿਉਂ ਹੋ ਰਿਹਾ। ਹਾਂ, ਜਿਹੜਾ ਗੱਲ ਹੈਗੀ ਆ, ਸਾਨੂੰ ਜਾਗਰੂਕ ਹੋਣ ਦੀ ਲੋੜ ਆ, ਸਾਨੂੰ ਅਵੇਅਰ ਹੋਣ ਦੀ ਲੋੜ ਆ। ਪ੍ਰੋਟੈਸਟ ਇਸ ਧਰਤੀ ਤੇ ਤਾਂ ਸ਼ਾਇਦ ਜੀਰੇ ਵਾਲੇ ਵਧਾਈ ਦੇ ਪਾਤਰ ਹੈਗੇ ਹੀ ਹੈਗੇ ਆ, ਮੱਤੇਵਾੜ ਵਾਲੇ ਵੀ ਵਧਾਈ ਦੇ ਪਾਤਰ ਹੈਗੇ। ਇਹ ਤੋਂ ਪਹਿਲਾਂ ਵੀ ਵੱਡੇ ਵੱਡੇ ਪ੍ਰੋਟੈਸਟ ਹਿੰਦੁਸਤਾਨ ਵਿੱਚ ਹੋਏ ਆ, ਜਿਹਦੇ ਆਪਾਂ ਨਰਮਦਾ ਬਚਾਓ ਅੰਦੋਲਨ ਦੀ ਗੱਲ ਕਰ ਲਈਏ, ਉਹ ਬੀਬੀ ਕਈ ਮਹੀਨੇ ਪਾਣੀ ਦੇ ਵਿੱਚ ਖੜੀ ਰਹੀ ਸੀਗੀ। ਕੇਜਰੀਵਾਲ ਸਾਹਿਬ ਨੇ ਉਹਨੂੰ ਟਿਕਟ ਵੀ ਦਿੱਤੀ ਸੀ, ਐ ਨਹੀਂ ਹਾਓ ਬਦਲ ਜਾਂਦਾ ਸਮਾਂ। ਆਪਣਾ ਚਿਪਕੋ ਮੂਵਮੈਂਟ ਕਈ ਆਈਆਂ। ਪੰਜਾਬ ਨੂੰ ਵੀ ਜੇ ਆਪਾਂ ਰੀਅਲ ਸੈਂਸ ਵਿੱਚ ਬਚਾਉਣਾ ਚਾਹੁੰਦੇ ਆ, ਕਿਉਂਕਿ ਪੰਜਾਬ ਇੱਕ ਸੈਪਰੇਟ ਆਇਡੈਂਟੀਟੀ ਰੱਖਦਾ, ਜਾਂ ਤਾਂ ਵੇ ਹੈਗਾ ਉਹ ਜਿਹੜਾ ਅੱਜ ਕੱਲ੍ਹ ਟੀਵੀ ਵਾਲੇ ਰੌਲਾ ਪਾ ਰਹੇ ਆ, ਜਾਂ ਵੇ ਹੈਗਾ ਪੀਸਫੁਲੀ ਵੀ ਤੁਸੀਂ ਸਹਿਣ ਕਰੋ, ਜਿਵੇਂ ਦਿੱਲੀ ਦੇ ਬਾਰਡਰਾਂ ਤੇ ਚੱਲਿਆ ਵਾ ਅੰਦੋਲਨ। ਤੇ ਪਰ ਵੱਡੀ ਗੱਲ ਇਹ ਆ ਵੀ ਜਾਗਰੂਕ ਹੋ ਕੇ, ਸਾਨੂੰ ਸੰਗਠਿਤ ਹੋ ਕੇ ਜੇ ਪੰਜਾਬ ਦੀ ਆਵੋ ਹਵਾ ਨੂੰ ਬਚਾਉਣਾ ਤਾਂ ਇੱਕ ਵੱਡੀ ਮੂਵਮੈਂਟ ਦਾ ਇਨੀਸ਼ੀਏਟ ਕਰਨਾ ਪਊਗਾ। ਬਹੁਤ ਬਹੁਤ ਮਿਹਰਬਾਨੀ। ਆਖਰੀ ਕਮੈਂਟ ਇਸ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਸੰਦੀਪ ਜੀ, ਮੈਂ ਤੁਹਾਡੇ ਕੋਲੋਂ, ਕਿਉਂਕਿ ਮੁੱਦਾ ਤੁਹਾਡੇ ਇਲਾਕੇ ਨਾਲ ਜੁੜਿਆ ਹੋਇਆ ਹੈ, ਕੀ ਲੱਗਦਾ ਹੈ ਜੇ ਸਰਕਾਰ ਇਸ ਮੁੱਦੇ ਤੇ ਸਹਿਮਤ ਹੁੰਦੀ ਹੈ, ਜੇ ਨਹੀਂ ਸਹਿਮਤ ਹੁੰਦੀ ਤਾਂ ਆਉਣ ਵਾਲੇ ਦਿਨਾਂ 'ਚ ਜਿੱਦਾਂ ਕਰਨ ਗਿੱਲ ਕਹਿ ਰਿਹਾ ਕਿ ਹੋਰ ਵੱਡੀ ਲੜਾਈ ਵੀ, ਵੱਡਾ ਅੰਦੋਲਨ ਵੀ ਛੇੜਨਾ ਪੈ ਸਕਦਾ ਹੈ? ਬਿਲਕੁਲ ਸਿੱਧੂ ਸਾਹਿਬ, ਜਿੱਦਾਂ 17 ਜਨਵਰੀ ਤੋਂ ਬਾਅਦ, ਹੁਣ ਜੇ ਆਪਾਂ ਕਹੀਏ ਤਾਂ 3 ਮਹੀਨੇ ਉਸ ਤੋਂ ਬਾਅਦ ਹੋ ਗਏ ਨੇ 17 ਜਨਵਰੀ ਤੋਂ ਬਾਅਦ, ਜਦੋਂ ਦਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀਗਾ, ਤੇ ਕੋਈ ਲਿਖਤੀ ਨਾ ਮਿਲਣ ਦੇ ਕਾਰਨ ਲੋਕ ਉੱਥੇ ਫੈਕਟਰੀ ਦੇ ਸਾਹਮਣੇ ਡਟੇ ਹੋਏ ਨੇ। ਤੇ ਆ ਪਿਛਲੀ 31 ਮਾਰਚ ਨੂੰ ਇੱਕ ਚੇਤਾਵਨੀ ਰੈਲੀ ਦੇ ਨਾਂ ਤੇ ਉੱਤੇ ਵੱਡਾ ਇਕੱਠ ਜਿਹੜਾ ਜੀਰਾ ਦਾਣਾ ਮੰਡੀ ਦੇ ਵਿੱਚ ਹੋਇਆ ਸੀਗਾ, ਕਿ ਸਰਕਾਰ ਨੂੰ ਉਹਨਾਂ ਨੇ ਚੇਤਾਵਨੀ ਕਿਹਾ ਸੀਗਾ ਕਿ ਤੁਸੀਂ ਸਾਨੂੰ ਲਿਖਤੀ ਰੂਪ ਦੇ ਵਿੱਚ ਦਿਓ, ਤੇ ਜਿਹੜੀਆਂ ਸਾਡੀਆਂ ਇਹ ਮੇਨ ਮੰਗਾਂ ਨੇ ਇਹਨਾਂ ਨੂੰ, ਨਹੀਂ ਤਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਗਰਾਮ ਜਿਹੜੇ ਆ ਉਹ ਵੱਡੇ ਸਰਕਾਰ ਦੇ ਖਿਲਾਫ ਜਿਹੜੇ ਉਹ ਦਿੱਤੇ ਜਾਣਗੇ। ਸੋ ਮੈਨੂੰ ਲੱਗਦਾ ਕਿ ਮਤਲਬ 9 ਮਹੀਨੇ ਏਡਾ ਸੰਵੇਦਨਸ਼ੀਲ ਮੁੱਦੇ ਵਾਸਤੇ 9 ਮਹੀਨੇ ਡੀਕਣ ਤੋਂ ਬਾਅਦ ਵੀ ਜੇ ਹਜੇ ਵੀ ਸਰਕਾਰ ਕੋਈ ਇਸ ਦੇ ਉੱਪਰ ਮਤਲਬ ਆਪਦਾ ਨਹੀਂ ਦਿੰਦੀ ਤਾਂ ਫਿਰ ਉਮੀਦ ਕਰਨੀ ਚਾਹੀਦੀ ਹੈ, ਬਿਲਕੁਲ ਸਰਕਾਰ ਤੋਂ ਉਮੀਦ ਕਰਨੀ ਚਾਹੀਦੀ ਕਿ ਸਰਕਾਰ ਜਿਹੜੀ ਲੋਕਾਂ ਦੀ ਆਵਾਜ਼ ਸੁਣੇਗੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਦਾ ਜਿੱਦਾਂ ਆਪਾਂ ਜ਼ਿਕਰ ਕੀਤਾ, ਪਹਿਲੀ ਵਾਰ ਕਿਸਾਨੀ ਵੱਲੋਂ, ਮੈਂ ਤਾਂ ਕਹਾਂਗਾ ਸਮੁੱਚੇ ਪੰਜਾਬੀਆਂ ਵੱਲੋਂ ਵਾਤਾਵਰਨ ਦੇ ਮੁੱਦੇ ਤੇ ਅੰਦੋਲਨ ਛੇੜਿਆ ਗਿਆ। ਅੰਦੋਲਨ ਕੀ ਹੈ ਕਿ ਧਰਤੀ ਹੇਠਲਾ ਜ਼ਹਿਰੀਲਾ ਪਾਣੀ, ਉਸ ਨੂੰ ਕਿਵੇਂ ਬਚਾਉਣਾ ਹੈ, ਵੱਡੇ ਸਵਾਲ ਹੈ ਸਰਕਾਰਾਂ ਦੇ ਅੱਗੇ। ਜਦੋਂ ਆਪਾਂ ਸਿਹਤ ਦੀ ਗੱਲ ਕਰਦੇ ਹਾਂ ਤਾਂ ਪਾਣੀ ਦੀ ਪਵਿੱਤਰਤਾ ਨਾਲੋਂ ਹੋਰ ਕਿਹੜਾ ਵੱਡਾ ਸਿਹਤ ਲਈ ਸਵਾਲ ਹੋ ਸਕਦਾ ਹੈ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਮਹਿਮਾਨਾਂ ਦੇ ਧੰਨਵਾਦੀ ਹਾਂ, ਤੇ ਇਸ ਦੇ ਨਾਲ ਹੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।